ਤੁਸੀਂ ਸਪਾਊਸ ਦੇ ਵੀ ਕ੍ਰਾਈਟੀਰੀਆ ਦੇ ਰਿਲੇਟਡ ਪੁੱਛਦੇ ਹੋ ਕਿ ਫਸਟ ਟਾਈਮ ਬਾਇਰ ਦਾ ਕੀ ਉਹਦਾ ਐਸਪੈਕਟ ਆ, ਤਾਂ ਜੇ ਤਾਂ ਤੁਸੀਂ ਡਿਊਰਿੰਗ ਦ ਮੈਰਿਜ ਘਰ ਖਰੀਦ ਰਹੇ ਹੋ ਤਾਂ ਤੁਹਾਡਾ ਸਪਾਊਸ ਇਜ਼ ਆਲਸੋ ਕੰਸੀਡਰਡ ਐਜ਼ ਰਿਬੇਟ ਕਲੇਮੈਂਟ। ਓਕੇ, ਤਾਂ ਉਹਨਾਂ ਨੂੰ ਸੈਪਰੇਟਲੀ ਰਿਬੇਟ ਦੁਬਾਰਾ ਨਹੀਂ ਮਿਲੇਗਾ। ਜੇ ਤੁਸੀਂ ਇੱਕ ਵਾਰੀ ਸਾਈਨ ਕਰਤਾ, ਉਹ ਐਗਰੀਮੈਂਟ ਇਜ਼ ਸਾਈਨਡ ਅੰਡਰ ਦਾ ਸੀਲ, ਯੂ ਕੈਨ ਨਾਟ ਬੈਕ ਆਊਟ। ਸਮਟਾਈਮਸ ਵਾਟ ਪੀਪਲ ਡੂ ਕਿ ਉਹਨਾਂ ਨੇ ਐਗਰੀਮੈਂਟ ਕਰ ਲਿਆ, ਸਾਈਨ ਕਰਤਾ, ਡਿਪੋਜ਼ਿਟ ਜਿਹੜਾ ਉਹ ਅਗਲੇ ਦਿਨ ਦੇਣਾ ਹੁੰਦਾ, ਅਤੇ ਉਹ ਕਹਿਣਗੇ ਕਿ ਅਸੀਂ ਅਗਲੇ ਦਿਨ ਦੇਣਾ, ਅਤੇ ਅਗਲੇ ਦਿਨ ਉਹਨਾਂ ਦਾ ਮਾਈਂਡ ਚੇਂਜ ਹੋ ਗਿਆ। ਐਗਰੀਮੈਂਟ ਸਾਈਨ ਕਰਤਾ ਇੱਕ ਦਿਨ ਪਹਿਲਾਂ, ਰੀਅਲਟਰ ਨਾਲ ਜਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਘਰ ਪਸੰਦ ਹੈ, ਇੱਥੇ ਫਰਮ ਆਫਰ ਪਾ ਦਿਓ, ਅਸੀਂ ਹੁਣੇ ਲੈਣਾ ਘਰ, ਰਾਈਟ। ਉਹ ਐਗਰੀਮੈਂਟ ਫਾਈਨਲ ਕਰ ਲਿਆ ਉਹਨਾਂ ਨੇ, ਬਟ ਉਹ ਨੈਕਸਟ ਡੇ ਦੇ ਆਰ ਲਾਈਕ ਵੀ ਡੂ ਨਾਟ ਹੈਵ ਪਰਚੇਜ਼ਿੰਗ ਪਾਵਰ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਜੀ ਅਕਸਰ ਪ੍ਰੋਪਰਟੀ, ਘਰ ਹਰ ਕਿਸੇ ਦੀ ਬੇਸਿਕ ਨੈਸੈਸਿਟੀ ਹੈ। ਰੋਟੀ ਕੱਪੜਾ ਅਤੇ ਮਕਾਨ ਆਪਾਂ ਸ਼ੁਰੂ ਤੋਂ ਸੁਣਦੇ ਆਏ ਹਾਂ ਕਿ ਹਰ ਕਿਸੇ ਦੀ ਬੇਸਿਕ ਨੀਡ ਹੈ। ਘਰ ਬਣਾਉਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਵੀ ਹੁੰਦਾ, ਅਤੇ ਜਿਹਨੇ ਪਹਿਲੀ ਵਾਰ ਬਣਾਉਣਾ ਹੋਵੇ ਉਹਦੇ ਵਾਸਤੇ ਤਾਂ ਬਹੁਤ ਹੀ ਵੱਡਾ ਹੁੰਦਾ। ਕੈਨੇਡਾ, ਜਿੱਥੇ ਘਰ ਬਣਾਉਣਾ ਉਦੋਂ ਵੀ ਵੱਡਾ ਸੁਪਨਾ ਹੋ ਜਾਂਦਾ, ਕਿਉਂਕਿ ਇੱਥੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਸਾਨੂੰ ਸਮਝ ਨਹੀਂ ਲੱਗਦੀਆਂ, ਕਿਉਂਕਿ ਅਸੀਂ ਕਿਸੇ ਹੋਰ ਨਿਜ਼ਾਮ ਦੇ ਵਿੱਚ ਪਲੇ ਬੜੇ ਹੁੰਦੇ ਹਾਂ। ਅਸੀਂ ਕੋਈ ਇੰਡੀਆ ਤੋਂ, ਕੋਈ ਪਾਕਿਸਤਾਨ ਤੋਂ, ਅਸੀਂ ਥਾਵਾਂ ਤੋਂ ਜਿਹੜੇ ਹੈਗੇ ਆ ਇੱਥੇ ਆਏ ਹਾਂ। ਸਾਡੀ ਪਰਵਰਿਸ਼ ਜਿਨ੍ਹਾਂ ਥਾਵਾਂ 'ਤੇ ਹੋਈ ਹੁੰਦੀ ਆ, ਹੋ ਸਕਦਾ ਅਸੀਂ ਇੰਡੀਆ ਦੇ ਵਿੱਚ ਘਰ ਬਣਾਏ ਹੋਣ, ਅਸੀਂ ਪ੍ਰੋਪਰਟੀ 'ਚ ਕੰਮ ਕੀਤਾ ਹੋਵੇ, ਲੇਕਿਨ ਜਦੋਂ ਆਪਾਂ ਇੱਕ ਨਵੇਂ ਨਿਜ਼ਾਮ, ਨਵੇਂ ਦੇਸ਼ ਦੇ ਵਿੱਚ ਆਏ, ਤਾਂ ਇੱਥੇ ਆ ਕੇ ਉਹਨਾਂ ਚੀਜ਼ਾਂ ਨੂੰ ਸਮਝ ਪਾਉਣਾ ਐਡਾ ਸੌਖਾ ਨਹੀਂ ਹੈ। ਖਾਸ ਕਰਕੇ ਫਸਟ ਟਾਈਮ ਹੋਮ ਬਾਇਰ ਦਾ ਜਿਹੜਾ ਆਪਾਂ ਹਮੇਸ਼ਾ ਤੋਂ ਕੌਨਸੈਪਟ ਸੁਣਦੇ ਆਏ ਹਾਂ, ਕਹਿੰਦੇ ਆ ਕਿ ਸਰਕਾਰ ਇਹਦੇ 'ਚ ਬਹੁਤ ਮਦਦ ਕਰਦੀ ਹੈ। ਫਸਟ ਟਾਈਮ ਹੋਮ ਬਾਇਰ ਦੇ ਕੋਲ ਕਈ ਸਾਰੀਆਂ ਓਪਰਚੁਨਿਟੀਜ਼ ਹੁੰਦੀਆਂ ਜਿਨ੍ਹਾਂ ਨੂੰ ਐਕਸਪਲੋਰ ਕਰ ਲੈਣਾ ਚਾਹੀਦਾ। ਪਰ ਕਈ ਵਾਰ ਆਪਾਂ ਕਹਿੰਦੇ ਹੁੰਦੇ ਨਾ ਕਿ ਲਿਟਲ ਨੌਲੇਜ ਇਜ਼ ਮੋਰ ਡੇਂਜਰਸ। ਅਸੀਂ ਬੋਰੋਡ ਵਿਜ਼ਡਮ ਦੇ ਉੱਤੇ ਕੰਮ ਕਰਦੇ ਹਾਂ, ਇੱਧਰੋਂ ਉੱਧਰੋਂ ਨੈੱਟ ਤੋਂ ਲੱਭ ਲਿਆ, ਕਿਸੇ ਤੋਂ ਪੁੱਛ ਲਿਆ, ਦੋਸਤ ਨੇ ਦੱਸਤਾ। ਪਰ ਜਿੱਥੇ ਪ੍ਰੋਫੈਸ਼ਨਲ ਐਡਵਾਈਸ ਨੇ ਕੰਮ ਕਰਨਾ, ਉਹ ਕੰਮ ਮੰਗੀ ਤੰਗੀ ਇਨਫੋਰਮੇਸ਼ਨ ਨਹੀਂ ਕਰ ਸਕਦੀ। ਸੋ ਫਸਟ ਟਾਈਮ ਹੋਮ ਬਾਇਰ ਦੇ ਸਾਹਮਣੇ ਕਿਸ ਤਰ੍ਹਾਂ ਦੇ ਚੈਲੰਜ ਹੁੰਦੇ ਆ, ਕਿੰਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ, ਕੀ ਉਹਨੂੰ ਫਾਇਦੇ ਹੋ ਸਕਦੇ ਆ, ਇਹਨਾਂ ਸਾਰੀਆਂ ਗੱਲਾਂ 'ਤੇ ਗੱਲਬਾਤ ਕਰਨ ਲਈ ਅਸੀਂ ਅੱਜ ਇੱਕ ਪ੍ਰੋਫੈਸ਼ਨਲ ਨੂੰ ਸੱਦਾ ਦਿੱਤਾ ਆਪਣੇ ਸਟੂਡੀਓ ਦੇ ਵਿੱਚ। ਸੋ ਮੇਰੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਜੀ ਮੈਡਮ ਸੋਨੀਆ ਕੰਡਾ, ਜੋ ਕਿ ਬੈਰਿਸਟਰ ਐਂਡ ਸੋਲੀਸੀਟਰ ਨੇ, ਚੀਫ ਲੀਗਲ ਪ੍ਰੋਫੈਸ਼ਨਲ ਕਾਰਪੋਰੇਸ਼ਨ ਬ੍ਰੈਮਲੀ ਰੋਡ ਮਿਸੀਸਾਗਾ ਤੋਂ ਇਹ ਸੰਬੰਧ ਰੱਖਦੇ ਨੇ। ਸੋ ਅੱਜ ਆਪਣੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਜੀ, ਆਓ ਉਹਨਾਂ ਨੂੰ ਸਵਾਗਤ ਕਰੀਏ ਜੀ। ਮੈਡਮ ਸੋਨੀਆ, ਸਵਾਗਤ ਤੁਹਾਡਾ ਈਵਨਿੰਗ ਸ਼ੋਅ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜਤਿੰਦਰ ਜੀ, ਥੈਂਕ ਯੂ ਸੋ ਮਚ ਫॉर ਇਨਵਾਈਟਿੰਗ ਮੀ ਇਨ ਯਰ ਸ਼ੋਅ, ਐਂਡ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ। ਅਤੇ ਯੈਸ, ਆਹ ਜਿਹੜਾ ਟੋਪਿਕ ਹੈ ਇਟਸ ਵੈਰੀ ਇੰਪੋਰਟੈਂਟ ਕਿ ਸਾਰਿਆਂ ਨੂੰ ਇਸ ਬਾਰੇ ਥੋੜ੍ਹਾ ਬਹੁਤ ਐਜੂਕੇਟ ਕੀਤਾ ਜਾਵੇ, ਥੋੜ੍ਹੀ ਬਹੁਤ ਗੱਲਬਾਤ ਕੀਤੀ ਜਾਵੇ, ਤਾਂ ਕਿ ਉਹ ਕੁਛ ਗਲਤੀਆਂ ਕਰਨ ਤੋਂ ਬਚਣ ਅਤੇ ਆਪਾਂ ਉਹਨਾਂ ਨੂੰ ਅੱਗੇ ਹੈਲਪ ਕਰੀਏ। ਬਿਲਕੁਲ ਸੋਨੀਆ ਜੀ, ਅਸੀਂ ਆਪਣੇ ਸ਼ੋਅ ਦੇ ਵਿੱਚ ਅਕਸਰ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਹੈ ਇਹ ਸਾਨੂੰ ਤਾਕਤਵਰ ਬਣਾਉਂਦੀ ਹੈ। ਇਨਫੋਰਮੇਸ਼ਨ ਦੇ ਨਾਲ ਸਾਡਾ ਬਚਾਅ ਹੁੰਦਾ। ਜਿੰਨੀ ਜ਼ਿਆਦਾ ਇਨਫੋਰਮੇਸ਼ਨ ਅਸੀਂ ਆਪਣੇ ਕੋਲ ਰੱਖ ਕੇ ਅੱਗੇ ਵਧਾਂਗੇ, ਓਨਾ ਹੀ ਅਸੀਂ ਜ਼ਿਆਦਾ ਸੁਰੱਖਿਅਤ ਰਹਾਂਗੇ। ਸੋ ਸੋਨੀਆ ਜੀ, ਆਪਾਂ ਬਿਲਕੁਲ ਬੇਸਿਕ ਤੋਂ ਪਹਿਲਾਂ ਤਾਂ ਸਟਾਰਟ ਕਰਦੇ ਹਾਂ। ਹਾਂਜੀ, ਕੈਨੇਡਾ ਦੇ ਵਿੱਚ ਘਰ ਕੌਣ ਖਰੀਦ ਸਕਦਾ? ਇੱਥੇ ਆਪਾਂ ਬੜੇ ਤਰੀਕੇ ਨਾਲ ਆਪਣੇ ਲੋਕ ਆਏ ਹੁੰਦੇ ਆ, ਕੋਈ PR ਆਉਂਦਾ, ਕੋਈ ਸਟੂਡੈਂਟ ਆਉਂਦਾ, ਕੋਈ ਵਿਜ਼ਟਰ ਆਉਂਦਾ, ਅਤੇ ਕੌਣ ਬੰਦਾ ਐਲੀਜੀਬਲ ਆ ਘਰ ਖਰੀਦਣ ਲਈ? ਪਹਿਲਾਂ ਤਾਂ ਇੱਥੋਂ ਆਪਾਂ ਸ਼ੁਰੂ ਕਰੀਏ। ਘਰ ਖਰੀਦਣ ਲਈ ਸਾਰੇ ਖਰੀਦ ਸਕਦੇ ਆ ਜੋ ਟੈਂਪਰੇਰੀ ਰੈਜ਼ੀਡੈਂਟ ਆ, ਪਰਮਾਨੈਂਟ ਰੈਜ਼ੀਡੈਂਟ ਆ, ਬਟ ਉਹਦੀਆਂ ਪ੍ਰੋਵੀਜ਼ਨਸ ਆ, ਟੈਕਸ ਇੰਪਲੀਕੇਸ਼ਨਸ ਆ। ਓਕੇ, ਜੇ ਆਪਾਂ ਕਿ PR ਆ ਜਾਂ ਕੈਨੇਡੀਅਨ ਸਿਟੀਜ਼ਨ ਆ ਤਾਂ ਉਹਨਾਂ ਨੂੰ NRST ਨੋਨ ਰੈਜ਼ੀਡੈਂਟ ਸਪੈਕੂਲੇਸ਼ਨ ਟੈਕਸ ਨਹੀਂ ਪੈਂਦਾ। ਠੀਕ ਹੈ। ਜੇ ਆਪਾਂ ਐਜ਼ ਅ ਵਰਕ ਪਰਮਿਟ ਹੋਲਡਰ ਘਰ ਖਰੀਦਣਾ ਚਾਹੁੰਦੇ ਹਾਂ ਤਾਂ ਉਹਦੇ 'ਤੇ 25% ਔਨ ਦਾ ਪਰਚੇਜ਼ਿੰਗ ਪ੍ਰਾਈਸ, ਜੋ ਤੁਹਾਡਾ ਪ੍ਰੋਪਰਟੀ ਦਾ ਪ੍ਰਾਈਸ ਹੈ, ਉਹਦੇ 'ਤੇ 25% NRST ਲੱਗੇਗਾ। ਓਕੇ, ਸੋ ਮਤਲਬ ਜਿਹੜਾ ਹੈਗਾ ਉਹਦੇ ਨਾਲ ਟੈਕਸ ਨਿਜ਼ਾਮ ਜਿਹੜਾ ਹੈਗਾ, ਟੈਕਸ ਪ੍ਰਬੰਧ ਜਿਹੜਾ ਹੈਗਾ, ਟੈਕਸ ਇੰਪਲੀਕੇਸ਼ਨਸ ਜਿਹੜੀਆਂ ਹੈਗੀਆਂ ਉਹ ਬਦਲ ਜਾਂਦੀਆਂ ਤੁਹਾਡੇ ਸਟੇਟਸ ਦੇ ਮੁਤਾਬਕ। ਖਰੀਦ ਕੋਈ ਵੀ ਸਕਦਾ। ਹਾਂਜੀ, ਚਲੋ ਆਪਾਂ ਪਰਮਾਨੈਂਟ ਰੈਜ਼ੀਡੈਂਟ ਪੁਆਇੰਟ ਆਫ ਵਿਊ ਤੋਂ ਆਪਾਂ ਜਿਹੜੀ ਹੈਗੀ ਆ, ਜਾਂ ਸਿਟੀਜ਼ਨ ਪੁਆਇੰਟ ਆਫ ਵਿਊ ਤੋਂ ਆਪਾਂ, ਮੇਰੇ ਖਿਆਲ 'ਚ ਆਪਾਂ ਗੱਲ ਨੂੰ ਅੱਜ ਅੱਗੇ ਵਧਾਈਏ, ਨਹੀਂ ਤਾਂ ਫਿਰ ਇਹ ਮੇਰੇ ਖਿਆਲ 'ਚ 2 ਬ੍ਰਾਂਚਿਸ ਬਣ ਜਾਂਦੀਆਂ। ਹਾਂਜੀ, ਸੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਫਸਟ ਟਾਈਮ ਹੋਮ ਬਾਇਰ ਆਪਾਂ ਕੰਸੀਡਰ ਕਿਹਨੂੰ ਕਰਾਂਗੇ? ਫਸਟ ਟਾਈਮ ਹੋਮ ਬਾਇਰ, ਇੱਕ ਤਾਂ ਜੀ ਟਰਮ ਇਟਸੈਲਫ ਐਕਸਪਲੇਨਸ ਕਿ ਜਿਹਨੇ ਪਹਿਲੀ ਵਾਰ ਘਰ ਖਰੀਦਣਾ, ਐਂਡ ਇਟ ਇਜ਼ ਫਸਟ ਟਾਈਮ ਹੋਮ ਬਾਇਰ ਐਨੀਵੇਅਰ ਇਨ ਦਾ ਵਰਲਡ। ਓਕੇ, many people think ਕਿ ਜੀ first time home buyer just in Canada, but it is anywhere in the world. Okay. And of course ਉਹ ਐਗਰੀਮੈਂਟ ਕਰਨ ਦੇ ਐਲੀਜੀਬਲ ਹੋਣਾ ਚਾਹੀਦਾ, 18 years old, and ਉਹਨਾਂ ਨੂੰ ਉਹ ਘਰ ਐਜ਼ ਅ ਪ੍ਰਿੰਸੀਪਲ ਰੈਜ਼ੀਡੈਂਸ ਆਕੂਪਾਈ ਕਰਨਾ ਜ਼ਰੂਰੀ ਆ।
ਮਤਲਬ ਤੁਸੀਂ ਖਰੀਦ ਕੇ ਉਹਨੂੰ ਆਏ ਨਹੀਂ ਵੀ ਕਿਰਾਏ ਤੇ ਚੜਾ ਦੋਗੇ। ਹਾਂਜੀ, ਉਹ ਇਨਵੈਸਟਮੈਂਟ ਵਾਸਤੇ ਨਹੀਂ ਆ, ਉਹ ਤੁਹਾਡੀ ਆਪਣੀ ਪਰਸਨਲ ਆਕੂਪੈਂਸੀ ਲਈ ਪ੍ਰਾਇਮਰੀ ਰੈਜ਼ੀਡੈਂਸ ਵਾਸਤੇ ਉਹ ਘਰ ਹੋਣਾ ਚਾਹੀਦਾ। ਜੀ। ਐਂਡ ਉਹਦੀ ਕੰਡੀਸ਼ਨ ਇਹ ਹੈ ਕਿ ਵਿਦਿਨ 9 ਮੰਥਸ ਆਫ ਪਰਚੇਜ਼ਿੰਗ ਤੁਸੀਂ ਉਹਨੂੰ ਆਕੂਪਾਈ ਕਰਨਾ। ਐਂਡ ਉਹਦੇ 'ਚ ਇੱਕ ਉਹਦੇ 'ਚ ਇੱਕ ਹੋਰ ਐਡੀਸ਼ਨਲ ਚੀਜ਼ ਹੈ ਕਿ ਕਈ ਵਾਰ ਹੁੰਦਾ ਤੁਸੀਂ ਸਪਾਊਸ ਦੇ ਵੀ ਕ੍ਰਾਈਟੀਰੀਆ ਦੇ ਰਿਲੇਟਡ ਪੁੱਛਦੇ ਹੋ ਕਿ ਫਸਟ ਟਾਈਮ ਬਾਇਰ ਦਾ ਕੀ ਉਹਦਾ ਐਸਪੈਕਟ ਆ। ਤਾਂ ਜੇ ਤਾਂ ਤੁਸੀਂ ਡਿਊਰਿੰਗ ਦ ਮੈਰਿਜ ਕਾਰ ਖਰੀਦ ਰਹੇ ਹੋ ਤਾਂ ਤੁਹਾਡਾ ਸਪਾਊਸ ਇਜ਼ ਆਲਸੋ ਕੰਸੀਡਰਡ ਐਜ਼ ਰਿਬੇਟ ਕਲੇਮੈਂਟ। ਓਕੇ। ਤਾਂ ਉਹਨਾਂ ਨੂੰ ਸੈਪਰੇਟਲੀ ਰਿਬੇਟ ਦੁਬਾਰਾ ਨਹੀਂ ਮਿਲੇਗਾ। ਜੇ ਤੁਸੀਂ ਮੈਰਿਜ ਤੋਂ ਪਹਿਲਾਂ ਕਾਰ ਖਰੀਦਿਆ ਅਤੇ ਤੁਹਾਡਾ ਸਪਾਊਸ ਨੇ ਉਸ ਟਾਈਮ ਤੁਹਾਡੇ ਨਾਲ ਐਸੋਸੀਏਟਡ ਨਹੀਂ ਸੀ ਐਂਡ ਆਫਟਰ ਮੈਰਿਜ ਉਹ ਖਰੀਦਣਾ ਚਾਹੁੰਦੇ ਆ ਦੈਨ ਐਲੀਜੀਬਿਲਿਟੀ ਉਹਨਾਂ ਦੀ ਬਣਦੀ ਹੈ। ਓਕੇ, ਮੈਂ ਇਹਨੂੰ ਇਸ ਤਰੀਕੇ ਨਾਲ ਸਮਝਾਂ। ਸਪੋਜ਼ ਕਰ ਲਓ ਇੰਡੀਆ ਤੋਂ ਕੋਈ ਲੜਕਾ ਜਾਂ ਕੋਈ ਲੜਕੀ ਇੱਥੇ ਵਿਆਹ ਕਰਾ ਕੇ ਆ ਰਿਹਾ, ਜਿਹੜਾ ਇੱਥੇ ਉਹਦਾ ਸਪਾਊਸ ਹੈ ਉਹਦੇ ਕੋਲ ਆਲਰੇਡੀ ਇੱਕ ਘਰ ਹੈ। ਹਾਂਜੀ। ਤਾਂ ਜਿਹੜਾ ਬਾਅਦ ਦੇ ਵਿੱਚ ਮੈਰਿਜ ਹੋਈ ਉਹ ਆ ਕੇ ਫਿਰ ਦੁਬਾਰਾ ਫਸਟ ਟਾਈਮ ਹੋਮ ਬਾਇਰ ਬਣ ਸਕਦਾ। ਹਾਂਜੀ। ਰਾਈਟ। ਹਾਂਜੀ। ਤੇ ਜੇ ਉਹਨਾਂ ਨੇ ਇੱਥੇ ਆਉਣ ਤੋਂ ਬਾਅਦ ਇਕੱਠਿਆਂ ਨੇ ਫਿਰ ਪਹਿਲਾ ਘਰ ਖਰੀਦਿਆ ਫਿਰ ਉਹ ਸਾਂਝਾ ਗਿਣਿਆ ਜਾਏਗਾ। ਹਾਂਜੀ। ਓਕੇ। ਅੱਛਾ, ਮੈਂ ਇਹਨੂੰ ਅਦਰ ਵੇ ਰਾਊਂਡ ਜੇ ਪੁੱਛਾਂ ਜੀ, ਸਪੋਜ਼ ਕਰ ਲਓ ਇੱਕ ਫੈਮਿਲੀ ਹੈ, ਹਸਬੈਂਡ ਵਾਈਫ ਹੈ, ਉਹਨਾਂ ਨੇ ਇੱਕ ਘਰ ਖਰੀਦ ਲਿਆ, ਉਸ ਤੋਂ ਬਾਅਦ ਉਹ ਸੈਪਰੇਟ ਹੋ ਗਏ ਕਿਉਂਕਿ ਇਹ ਵੀ ਇੱਕ ਹਕੀਕਤ ਹੈ ਜ਼ਿੰਦਗੀ ਦੀ। ਘਰ ਇੱਕ ਜਣੇ ਕੋਲੇ ਰਹਿ ਗਿਆ। ਕਰੈਕਟ। ਦੂਜਾ ਬੰਦਾ ਹੁਣ ਫਸਟ ਟਾਈਮ ਹੋਮ ਬਾਇਰ ਹੋਏਗਾ ਕਿ ਨਹੀਂ ਹੋਏਗਾ? ਉਹਦੇ 'ਚ ਵੇਟ ਪੀਰੀਅਡ ਆ, ਸੈਪਰੇਸ਼ਨ ਪੀਰੀਅਡ ਆ। 90 ਡੇਜ਼ ਤੋਂ ਜੇ ਸੈਪਰੇਸ਼ਨ ਉੱਪਰ ਹੁੰਦੀ ਆ ਤਾਂ ਉਹ ਐਲੀਜੀਬਲ ਹੁੰਦੇ ਆ ਫਸਟ ਟਾਈਮ ਹੋਮ ਬਾਇਰ ਲਈ। ਆਫਟਰ ਸੈਪਰੇਸ਼ਨ 90 ਦਿਨ ਤੋਂ ਬਾਅਦ ਉਹ ਦੁਬਾਰਾ ਫਸਟ ਟਾਈਮ ਹੋਮ ਬਾਇਰ ਹੋ ਜਾਏਗਾ ਜਿਹੜਾ ਬੰਦਾ ਸੈਪਰੇਟ ਹੋ ਕੇ ਬਿਨਾਂ ਘਰ ਤੋਂ ਰਹਿ ਗਿਆ। ਹਾਂਜੀ। ਓਕੇ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਤੋਂ ਇਲਾਵਾ ਐਲੀਜੀਬਿਲਿਟੀ ਕ੍ਰਾਈਟੇਰੀਆ ਦੇ ਵਿੱਚ ਬੇਸਿਕ ਚੀਜ਼ਾਂ ਕੀ ਹੈਗੀਆਂ ਟੂ ਬੀ ਅ ਫਸਟ ਟਾਈਮ ਹੋਮ ਬਾਇਰ? ਐਲੀਜੀਬਿਲਿਟੀ ਕ੍ਰਾਈਟੇਰੀਆ ਆਈ ਟੋਲਡ ਯੂ ਉਹਦੇ 'ਚ 18 ਈਅਰ ਓਲਡ ਹੋਣਾ ਚਾਹੀਦਾ। ਠੀਕ ਹੈ। ਪ੍ਰਾਇਮਰੀ ਆਕੂਪੈਂਸੀ ਹੋਣੀ ਚਾਹੀਦੀ ਉਹਨਾਂ ਦੀ। ਅਤੇ ਦੁਨੀਆ 'ਚ ਕਿਤੇ ਵੀ ਫਸਟ ਟਾਈਮ ਪਰਚੇਜ਼ ਕੀਤੀ ਹੋਵੇ ਉਹਨਾਂ ਨੇ, ਉਹ ਕੈਨੇਡਾ ਦੇ ਵਿੱਚ ਜਦੋਂ ontario 'ਚ ਕਾਰ ਖਰੀਦ ਰਹੇ ਆ ਤਾਂ ਉਹ ਫਸਟ ਟਾਈਮ ਪਰਚੇਜ਼ ਹੋਣੀ ਚਾਹੀਦੀ ਹੈ। ਇਟ ਸ਼ੁੱਡ ਬੀ ਐਨੀਵੇਅਰ ਇਨ ਦਾ ਵਰਲਡ ਉਹਨਾਂ ਦੇ ਕੋਲ ਕੋਈ ਘਰ ਨਹੀਂ ਹੋਣਾ ਚਾਹੀਦਾ। ਇੱਥੇ ਮੇਰਾ ਫਿਰ ਸਵਾਲ ਆ ਗਿਆ, ਸਪੋਜ਼ ਕਰ ਲਓ ਇੰਡੀਆ ਦੇ ਵਿੱਚ ਉਹਦੇ ਕੋਲ ਘਰ ਹੈਗਾ ਕੋਈ, ਉਹਨੂੰ ਇੱਥੇ ਫਸਟ ਟਾਈਮ ਹੋਮ ਬਾਇਰ ਮੰਨਿਆ ਜਾਏਗਾ? ਨਹੀਂ। ਜੇ ਇੰਡੀਆ 'ਚ ਘਰ ਹੈ ਫਿਰ ਵੀ ਇੱਥੇ ਫਸਟ ਟਾਈਮ ਹੋਮ ਬਾਇਰ ਨਹੀਂ ਮੰਨਿਆ ਜਾਏਗਾ? ਨਹੀਂ। ਬਹੁਤ ਲੋਕਾਂ ਨੂੰ ਇਸ ਚੀਜ਼ ਦੀ ਮਿਸਕਨਸੈਪਸ਼ਨ ਆ, ਕਈਆਂ ਨੂੰ ਇਸ ਚੀਜ਼ ਬਾਰੇ ਐਜੂਕੇਟ ਹੀ ਨਹੀਂ ਕੀਤਾ ਜਾਂਦਾ। ਉਹ ਇੱਕ ਐਫੀਡੇਵਿਟ ਹੁੰਦਾ ਨਾ ਜਿੱਦਾਂ, ਜਾਂ ਡੈਕਲੇਰੇਸ਼ਨ ਕਹਿ ਲਓ, ਇਟਸ ਸਵਰਨ ਡੈਕਲੇਰੇਸ਼ਨ ਕਿ ਤੁਸੀਂ ਲਿਖਤੀ 'ਚ ਉਸ ਚੀਜ਼ ਨੂੰ ਕਨਫਰਮ ਕਰਦੇ ਹੋ ਕਿ ਮੇਰੇ ਕੋਲ ਕਿਤੇ ਵੀ ਘਰ ਨਹੀਂ ਆ। ਪਰ ਕੀ ਇਹ ਸੱਚ ਹੁੰਦਾ ਕਿ ਲੋਕ ਬਸ ਉਹਦੀ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਉਸ ਚੀਜ਼ ਦੀ? ਇਟ ਡਿਪੈਂਡਸ ਕੇਸ ਟੂ ਕੇਸ। ਆਈ ਕੈਨ ਨਾਟ ਕਮੈਂਟ ਉਹਦੇ 'ਚ ਉਹ ਪਰਸਨ ਆਪਦੇ ਆਪ ਨਾਲ ਕਿੰਨਾ ਟਰੂ ਆ ਅਤੇ ਉਸਨੂੰ ਕਿੰਨਾ ਟਰੂਲੀ ਇੱਕ ਲਾਇਰ ਕੋਲ ਫੈਕਟ ਰੱਖ ਰਿਹਾ। ਸਪੋਜ਼ ਉਹਦੇ ਕੋਲੇ ਘਰ ਸੀ ਇੰਡੀਆ ਦੇ ਵਿੱਚ, ਹਾਂਜੀ, ਉਹ ਵੇਚ ਕੇ ਆ ਗਿਆ, ਫਿਰ ਉਹਦੀ ਕੰਡੀਸ਼ਨ ਕੀ ਬਣੂਗੀ? ਉਹ ਫਸਟ ਟਾਈਮ ਹੋਮ ਬਾਇਰ ਹੋਏਗਾ ਕਿ ਨਹੀਂ ਹੋਏਗਾ? ਅਗੇਨ ਉਹਦੀ ਕੰਡੀਸ਼ਨ ਹੈ ਕਿ ਉਹ 4 ਇਅਰਸ ਦਾ ਪੀਰੀਅਡ, ਵੇਟ ਪੀਰੀਅਡ, ਉਹਦੇ 'ਚ ਹੋਰ ਟੈਕਨੀਕੈਲਿਟੀਜ਼ ਬਹੁਤ ਹੈ। ਓਕੇ। ਉਹ ਤੁਸੀਂ ਜੇ ਮੇਰੇ ਕੋਲ ਕੇਸ ਲੈ ਕੇ ਆਉਂਦੇ ਹੋ ਮੈਟਰ ਉਸ ਬਾਰੇ, ਆਈ ਕੈਨ ਟੈਲ ਯੂ ਕਿ ਉਹਦੇ ਨੰਬਰ ਆਫ ਡੇਜ਼ ਜਾਂ ਨੰਬਰ ਆਫ ਜੋ ਪੀਰੀਅਡ ਆ ਉਹਦਾ ਟਾਈਮ ਪੀਰੀਅਡ ਆ ਉਹ ਕੰਪਲੀਟ ਹੋਇਆ ਕਿ ਨਹੀਂ ਹੋਇਆ। ਜੀ ਬਿਲਕੁਲ ਦੋਸਤੋ, ਇਹ ਚੀਜ਼ਾਂ ਜਿਹੜੀਆਂ ਜਦੋਂ ਲੀਗਲ ਐਡਵਾਈਸ ਦੀ ਗੱਲ ਆਉਂਦੀ ਹੈ ਤਾਂ ਇਹ ਪਰਸਨ ਟੂ ਪਰਸਨ, ਕੇਸ ਟੂ ਕੇਸ ਜਿਹੜਾ ਹੈ, ਇਹਦੇ 'ਚ ਬਹੁਤ ਸਾਰੀਆਂ ਲੀਗੈਲਿਟੀਜ਼ ਹੁੰਦੀਆਂ ਜਿਨ੍ਹਾਂ ਚੀਜ਼ਾਂ ਵੱਲ ਆਪਾਂ ਅਮੂਮਨ ਧਿਆਨ ਨਹੀਂ ਦਿੰਦੇ। ਜਿਵੇਂ ਕਿ ਹੁਣ ਮੈਂ ਸੋਨੀਆ ਜੀ ਨੂੰ ਸਵਾਲ ਪੁੱਛ ਰਿਹਾ, ਜ਼ਰੂਰੀ ਨਹੀਂ ਕਿ ਉਹ ਸਾਰਿਆਂ ਦੇ ਉੱਤੇ ਫਿੱਟ ਬੈਠਦਾ ਹੋਵੇ। ਇਹ ਇੱਕ ਤਰ੍ਹਾਂ ਦੀ ਐਜੂਕੇਸ਼ਨ ਹੈ, ਇਹਨੂੰ ਲੀਗਲ ਐਡਵਾਈਸ ਨਹੀਂ ਸਮਝਣਾ ਚਾਹੀਦਾ। ਹਾਂ, ਇਹਦੇ ਨਾਲ ਸਾਨੂੰ ਇੱਕ ਜਨਰਲ ਆਈਡੀਆ ਹੋ ਜਾਂਦਾ ਕਿ ਇਹ ਈਕੋਸਿਸਟਮ ਕਿਸ ਤਰ੍ਹਾਂ ਨਾਲ ਕੰਮ ਕਰਦਾ। ਸੋਨੀਆ ਜੀ, ਜਿਵੇਂ ਆਪਾਂ ਗੱਲ ਕਰ ਰਹੇ ਸੀ ਫਸਟ ਟਾਈਮ ਹੋਮ ਬਾਇਰ ਨੂੰ ਲੈ ਕੇ, ਪ੍ਰੋਸੈਸ ਤੋਂ ਚੱਲਦੇ ਹਾਂ ਜੀ ਆਪਾਂ, ਕਿਉਂਕਿ ਜਿਹੜੇ ਮੈਂ ਪਹਿਲਾਂ ਸਵਾਲ ਪੁੱਛੇ ਉਹ ਬਿਲਕੁਲ ਬੇਸ ਸੀ, ਬਿਲਕੁਲ ਇੱਕ ਅਨਾੜੀ ਵਾਲੇ ਸਵਾਲ ਸੀਗੇ। ਹੁਣ ਆਪਾਂ ਗੱਲ ਕਰਦੇ ਹਾਂ ਕਿ ਫਸਟ ਟਾਈਮ ਹੋਮ ਬਾਇਰ ਨੂੰ ਉਹਦੇ ਵਾਸਤੇ ਪ੍ਰੋਸੈਸ ਹੈ ਕੀ ਹੈ, ਕਿੱਥੋਂ ਸ਼ੁਰੂ ਹੁੰਦਾ ਅਤੇ ਕਿੱਥੋਂ ਤੱਕ ਜਾਂਦਾ? ਹਾਂਜੀ, ਇਹ ਟੌਪਿਕ ਕਾਫੀ ਵੱਡਾ ਹੈ, ਪਰ ਉਸਨੂੰ ਮੈਂ ਸਮਝਾਉਣ ਲਈ ਇੱਕ ਲੇਮਨ ਟਰਮ ਦੇ ਵਿੱਚ ਸਮਝਾਉਣ ਲਈ ਉਹਨੂੰ ਤਿੰਨ ਹਿੱਸਿਆਂ 'ਚ ਡਿਵਾਈਡ ਕਰਾਂਗੀ ਜੀ। ਸਭ ਤੋਂ ਪਹਿਲਾਂ ਆਉਂਦਾ ਹੈ ਜੀ ਪਰਚੇਜ਼ਿੰਗ ਪਾਵਰ। ਜੇ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ, ਪਹਿਲਾਂ ਆਪਣੀ ਪਰਚੇਜ਼ਿੰਗ ਪਾਵਰ ਚੈੱਕ ਕਰੋ ਕਿ ਤੁਹਾਡੇ ਕੋਲ ਕਿੰਨੀਆਂ ਸੇਵਿੰਗਸ ਆ ਜਾਂ ਇੱਦਾਂ। ਦੈਨ ਫਾਈਂਡਿੰਗ ਦ ਰਾਈਟ ਹੋਮ ਐਂਡ ਦੈਨ ਫਾਈਂਡਿੰਗ ਅ ਲਾਇਰ। ਪਰਚੇਜ਼ਿੰਗ ਪਾਵਰ ਨੂੰ ਅਗਰ ਮੈਂ ਡੀਟੇਲ 'ਚ ਡਿਸਕਸ ਕਰਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਹੀ ਸੇਵਿੰਗਸ ਤੋਂ ਇਲਾਵਾ ਆਉਂਦੀ ਹੈ ਮੌਰਗੇਜ ਅਪਰੂਵਲਸ ਜੀ, ਕਿ ਤੁਹਾਡੀ ਕੀ ਐਲੀਜੀਬਿਲਿਟੀ ਹੈ। ਇਸ ਲਈ ਸਭ ਤੋਂ ਪਹਿਲਾਂ ਇੱਕ ਬੈਂਕਰ ਨਾਲ ਜਾਂ ਕਿਸੇ ਮੌਰਗੇਜ ਐਡਵਾਈਜ਼ਰ ਨਾਲ ਗੱਲ ਕਰੋ ਕਿ ਵਾਟ ਆਰ ਯੂਰ ਆਪਸ਼ਨਸ, ਹਾਊ ਮਚ ਡੂ ਯੂ ਕੁਆਲੀਫਾਈ ਫॉर, ਕੀ ਤੁਹਾਡੀ ਇਨਕਮ ਉਸ ਅਮਾਊਂਟ ਆਫ ਮੌਰਗੇਜ ਨੂੰ ਅਫੋਰਡ ਕਰ ਸਕਦੀ ਹੈ। ਵਾਟ ਆਰ ਦ ਗ੍ਰਾਂਟਸ ਗਿਵਨ ਬਾਏ ਦ ਗਵਰਨਮੈਂਟ ਐਂਡ ਦ ਇਨਸੈਂਟਿਵਸ ਟੂ ਦ ਫਸਟ ਟਾਈਮ ਹੋਮ ਬਾਇਰ, ਉਹਨਾਂ ਨੂੰ ਐਕਸਪਲੋਰ ਕਰੋ। ਬਹੁਤ ਲੋਕਾਂ ਨੂੰ ਇਸ ਬਾਰੇ ਐਜੂਕੇਸ਼ਨ ਨਹੀਂ ਹੈ
ਕਿ ਉਹਨਾਂ ਦੀ ਐਲੀਜੀਬਿਲਿਟੀ ਬਣਦੀ ਹੈ ਫॉर ਲੈਸ ਡਾਊਨ ਪੇਮੈਂਟ ਐਂਡ ਉਹਨਾਂ ਦਾ ਫॉर ਐਗਜ਼ਾਮਪਲ ਜੇ ਮੈਂ ਇਨਸੈਂਟਿਵਸ ਦੀ ਗੱਲ ਕਰਾਂ ਤਾਂ ਫਸਟ ਟਾਈਮ ਬਾਇਰ ਲਈ ਗਵਰਨਮੈਂਟ ਵੱਲੋਂ ਇੱਕ ਪਲਾਨ ਹੈ ਕਿ ਜਿਹੜੇ ਅੰਡਰ 500,000 ਘਰ ਖਰੀਦਦੇ ਆ ਜੀ ਉਹ 5% ਡਾਊਨ ਪੇਮੈਂਟ ਕਰਕੇ ਆਪਣਾ ਘਰ ਖਰੀਦ ਸਕਦੇ ਆ। ਜੇ 5 ਲੱਖ ਤੋਂ ਘਰ ਦੀ ਕੀਮਤ ਘੱਟ ਥੱਲੇ ਹੈ ਹਾਂਜੀ ਤਾਂ ਉਹ 5% ਦੇ ਨਾਲ ਖਰੀਦ ਸਕਦੇ ਆ। ਹਾਂਜੀ ਜੀ ਤੇ ਜੇ 5 ਲੱਖ ਤੋਂ ਉੱਪਰ ਐਂਡ 1 ਮਿਲੀਅਨ ਤੋਂ ਅੰਡਰ ਹੈ ਜੀ ਤਾਂ ਉਹਨਾਂ ਨੂੰ 5% 500,000 ਤੱਕ ਦੇਣਾ ਤੇ 10% 500 to 1 ਮਿਲੀਅਨ ਅਮਾਊਂਟ ਤੱਕ ਦੇਣਾ। ਓਕੇ, ਉਹਨੂੰ ਆਪਾਂ ਫਿਰ ਅਲੱਗ-ਅਲੱਗ ਦੇਖਣਾ ਦੋਨਾਂ ਨੂੰ। ਹਾਂਜੀ ਫॉर ਐਗਜ਼ਾਮਪਲ ਜੇ 750,000 ਦਾ ਘਰ ਆ ਤਾਂ 500,000 ਤੇ ਤੱਕ ਉਹਨਾਂ ਨੂੰ 5% ਜੀ ਲੱਗੇਗਾ ਤੇ 250,000 ਤੇ 10% ਡਾਊਨ ਪੇਮੈਂਟ। ਰਾਈਟ। ਐਂਡ ਜੇ 1 ਮਿਲੀਅਨ ਤੋਂ ਉੱਪਰ ਆ ਤਾਂ 20% ਡਾਊਨ ਪੇਮੈਂਟ। ਉਹ ਓਵਰਆਲ ਸਾਰੇ ਤੇ ਜਾਂ ਉਹ ਵੀ ਅਸੀਂ ਕੱਟ ਕੇ ਦੇਖਣਾ ਜੀ ਉਹਨੂੰ ਅਲੱਗ-ਅਲੱਗ ਹਿੱਸਿਆਂ 'ਚ? ਓਵਰਆਲ ਜੇ 1 ਮਿਲੀਅਨ ਤੋਂ ਉੱਪਰ ਹੈ ਫਸਟ ਟਾਈਮ ਹੋਮ ਬਾਇਰ ਲਈ। ਰਾਈਟ। then there's another additional criteria to this ਕਿ ਇੱਕ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ ਜਿਹਦੇ 'ਚ 3 ਇੰਸ਼ੋਰੈਂਸ ਕੰਪਨੀਜ਼ ਹੈ ਮੇਜਰ CMHC ਜੀ ਕੈਨੇਡਾ ਗਰੰਟੀ ਤੇ ਇੱਕ ਸੇਜਨ ਇੰਸ਼ੋਰੈਂਸ। ਤਾਂ CMHC ਇਜ਼ ਦਾ ਵਨ ਦੈਟ ਇਜ਼ ਬੈਕਡ ਬਾਈ ਕੈਨੇਡੀਅਨ ਗਵਰਨਮੈਂਟ। ਓਕੇ। ਤਾਂ ਉਹਦੇ ਵਿੱਚ ਉਹ ਇੱਕ ਤੁਹਾਡਾ ਮੌਰਗੇਜ ਅਮਾਊਂਟ ਨੂੰ ਇੰਸ਼ੋਰ ਕਰਦੇ ਆ ਜਿਹਨੂੰ ਮੌਰਗੇਜ ਦੇ ਵਿੱਚ ਹੀ ਐਡ ਕਰ ਦਿੰਦੇ ਆ to allow you 5% down payment and give you that sort of incentive. ਓਕੇ। ਦੈਨ ਉਸ ਤੋਂ ਬਾਅਦ ਆਉਂਦਾ ਜੀ ਫਸਟ ਟਾਈਮ ਹੋਮ ਬਾਇਰ ਸੇਵਿੰਗ ਅਕਾਊਂਟ। ਉਹ FHSA ਇੱਕ ਨਵਾਂ ਪਲਾਨ ਕੱਢਿਆ ਇਹਨਾਂ ਨੇ 2023 ਦੇ ਵਿੱਚ ਨਾਲ RRSP। ਇੱਕ ਕੰਬਾਈਨਡ ਇੱਕ ਪਲਾਨ ਹੈ ਜਿਹਦੇ 'ਚ ਤੁਸੀਂ 40,000 ਤੱਕ ਸੇਵ ਕਰ ਸਕਦੇ ਹੋ ਓਵਰ ਦਾ ਲਾਈਫ ਟਾਈਮ ਐਂਡ 8,000 ਐਨੂਅਲੀ ਕੰਟਰੀਬਿਊਟ ਕਰ ਸਕਦੇ ਹੋ ਤੁਸੀਂ ਉਹਦੇ 'ਚ ਜੀ। ਸੋ ਤੁਸੀਂ ਆਪਣੇ ਮੌਰਗੇਜ ਬ੍ਰੋਕਰ ਨਾਲ ਜਾਂ ਮੌਰਗੇਜ ਐਡਵਾਈਜ਼ਰ ਨਾਲ ਇਸ ਚੀਜ਼ਾਂ ਨੂੰ ਜ਼ਰੂਰ ਐਕਸਪਲੋਰ ਕਰੋ ਬਿਫੋਰ ਗੈਟਿੰਗ ਇਨਟੂ ਮੌਰਗੇਜ ਅਪਰੂਵਲਸ ਔਰ ਗੈਟਿੰਗ ਇਨਟੂ ਦਾ ਪਰਚੇਜ਼। ਓਕੇ। ਦੈਨ ਸੈਕਿੰਡ ਆਉਂਦਾ ਜੀ ਫਾਈਂਡਿੰਗ ਅ ਰਾਈਟ ਹੋਮ ਫॉर yourself. There are countless factors in finding a right home. Really? And ਤੁਸੀਂ ਉਹਨਾਂ ਨੂੰ ਸ਼ਾਰਟਲਿਸਟ ਕਰਨਾ ਆਪਣੀਆਂ ਰਿਕੁਆਇਰਮੈਂਟ ਦੇ ਅਕੋਰਡਿੰਗ। ਤੁਸੀਂ ਉਹਨਾਂ ਨੂੰ ਪ੍ਰਾਇਓਰੀਟਾਈਜ਼ ਕਰੋ। ਫॉर ਐਗਜ਼ਾਮਪਲ ਤੁਹਾਡੇ ਕਿਡਸ ਆ ਬੱਚੇ ਆ ਤਾਂ ਉਹ ਦੇਖਣਾ ਕਿ ਸਕੂਲ ਕਿੰਨੇ ਵਾਕਿੰਗ ਡਿਸਟੈਂਸ 'ਤੇ ਆ, ਜੋਬ ਕਰਦੇ ਹੋ ਤੁਸੀਂ ਉੱਥੇ ਟਰੈਵਲਿੰਗ ਡਿਸਟੈਂਸ ਕਿੰਨਾ ਤੁਹਾਡਾ ਉਹਦੇ ਨਾਲ, ਫਿਰ ਫੈਮਿਲੀ ਸਾਈਜ਼ ਦੇ ਅਕੋਰਡਿੰਗ ਕਿੰਨੇ ਰੂਮਸ ਚਾਹੀਦੇ ਆ ਤੁਹਾਨੂੰ, ਆਲ ਦੋਜ਼ ਦੇਰ ਆਰ ਮੈਨੀ ਅਦਰ ਫੈਕਟਰਸ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਐਡ ਕਰ ਸਕਦੇ ਹੋ, ਲੈਸ ਕਰ ਸਕਦੇ ਹੋ। ਉਹਨਾਂ ਫੈਕਟਰਸ ਨੂੰ ਸ਼ਾਰਟਲਿਸਟ ਕਰੋ। ਆਪਣੇ ਕਿਸੇ ਪ੍ਰੋਫੈਸ਼ਨਲ ਰੀਅਲ ਐਸਟੇਟ ਏਜੰਟ ਨਾਲ ਗੱਲ ਕਰੋ ਜਿਹੜੇ ਤੁਹਾਡੇ ਵਾਸਤੇ ਉਹ ਸਾਰੀਆਂ ਆਪਸ਼ਨਸ ਐਕਸਪਲੋਰ ਕਰਦੇ ਆ। ਜੀ। ਕਈ ਲੋਕ ਪ੍ਰਾਈਵੇਟਲੀ ਘਰ ਨੂੰ ਪਰਚੇਜ਼ ਕਰਨਾ ਪਸੰਦ ਕਰਦੇ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਕਮਿਸ਼ਨ ਵਗੈਰਾ ਕਿਉਂ ਐਕਸਟਰਾ ਪੇ ਕਰੀਏ। ਬਟ ਜਿਹੜੇ ਪ੍ਰੋਫੈਸ਼ਨਲ ਐਡਵਾਈਸ ਦਿੰਦੇ ਆ ਤੁਹਾਨੂੰ ਰੀਅਲ ਐਸਟੇਟ ਏਜੰਟਸ ਹੈ, ਦੇ ਹੈਲਪ ਯੂ ਅ ਲੋਟ। ਉਹ ਨਾ ਕਿ ਸਿਰਫ ਤੁਹਾਡੇ ਲਈ ਉਹ ਆਪਸ਼ਨਸ ਲੈ ਕੇ ਆਉਂਦੇ ਆ, ਉਸ ਤੋਂ ਇਲਾਵਾ ਬਹੁਤ ਐਫਰਟਸ ਕਰਦੇ ਆ ਤੁਹਾਡੇ ਲਈ, ਤੁਹਾਡੀਆਂ ਨੀਡਸ ਨੂੰ ਸੂਟ ਕਰਨ ਲਈ। ਉਹ ਕਈ ਰੀਅਲਟਰਸ ਆਈ ਨੋ ਉਹ ਡੋਰ ਟੂ ਡੋਰ ਨੌਕਿੰਗ ਕਰਕੇ ਤੁਹਾਡੇ ਲਈ ਵੱਖਰੀਆਂ ਡੀਲਸ ਵਗੈਰਾ ਦੀ ਇਨਕੁਆਇਰੀ ਰੱਖਦੇ ਆ। ਉਹਨਾਂ ਦਾ ਆਪਣਾ ਸਰਕਲ ਇੰਨਾ ਹੁੰਦਾ ਕਿ ਕੁਛ ਡੀਲਸ ਹੁੰਦੀਆਂ ਦੇ ਹੈਵ ਦੈਟ ਸ਼ੇਅਰਡ ਵਿਦ ਇਨ ਦੇਅਰ ਸਰਕਲ। ਤਾਂ ਆਈ ਥਿੰਕ ਵੈਨ ਯੂ ਹੈਵ ਟੂ ਫਾਈਂਡ ਅ ਰਾਈਟ ਹੋਮ, ਫਰਸਟ ਫਾਈਂਡ ਅ ਗੁੱਡ ਰੀਅਲਟਰ ਅਤੇ ਉਹਨਾਂ ਨਾਲ ਗੱਲ ਕਰਕੇ ਆਪਣੀ ਸੂਟੇਬਲ ਨੀਡਸ ਦੇ ਅਕੋਰਡਿੰਗ ਉਹ ਘਰ ਨੂੰ ਸ਼ਾਰਟਲਿਸਟ ਕਰੋ ਕਿ ਅਸੀਂ ਆਹੀ ਕਰ ਲੈਣਾ। ਐਂਡ ਜਦੋਂ ਉਹ ਰੀਅਲਟਰ ਨਾਲ ਤੁਸੀਂ ਘਰ ਸਿਲੈਕਟ ਕਰਦੇ ਹੋ, ਐਗਰੀਮੈਂਟ ਵਾਸਤੇ ਆਫਰ ਪਾਉਂਦੇ ਹੋ, ਤਾਂ ਉਹ ਆਫਰ ਨੂੰ ਪਹਿਲਾਂ ਚੰਗੀ ਤਰ੍ਹਾਂ ਰੀਡ ਕਰੋ। ਆਫਰ ਨੂੰ ਫਰਮ ਕਰਨ ਤੋਂ ਪਹਿਲਾਂ ਇੱਕ ਲਾਇਰ ਨਾਲ ਗੱਲ ਕਰੋ। ਇੱਥੇ ਮੈਂ ਐਮਫੈਸਿਸ ਜ਼ਰੂਰ ਦੇਵਾਂਗੀ ਕਿ ਇੱਕ ਲਾਇਰ ਦਾ ਰੋਲ ਬਹੁਤ ਵੱਡਾ ਹੈ ਇਸ ਸਟੇਜ 'ਤੇ। ਜੀ। ਕਈ ਲੋਕਾਂ ਨੂੰ ਹੁੰਦਾ ਕਿ ਮਾਰਕੀਟ ਬਹੁਤ ਬਿਜ਼ੀ ਚੱਲ ਰਹੀ ਹੈ ਜੀ, ਬਿਡਸ ਬਹੁਤ ਚੱਲ ਰਹੀਆਂ, ਤਾਂ ਅਸੀਂ ਰਾਈਟ ਅਵੇ ਸਾਨੂੰ ਫਰਮ ਆਫਰ ਪਾ ਦਿਓ ਅਤੇ ਸਾਡਾ ਆਫਰ ਐਕਸੈਪਟ ਕਰ ਲਓ। ਆਈ ਡੂ ਨਾਟ ਰੈਕਮੈਂਡ ਦੈਟ। Please stop doing that and make sure you know the effect and consequences. You are not only just losing your initial deposit, you're also inviting a legal action. ਤੁਸੀਂ ਆਪਣੇ 'ਤੇ ਇੱਕ ਲੀਗਲ ਕਲੇਮ ਨੂੰ ਜਾਂ ਕਹਿ ਲਓ ਡੈਮੇਜਸ ਨੂੰ ਇਨਵਾਈਟ ਕਰ ਰਹੇ ਹੋ, which is many more like I would say many folds than that initial deposit. It can go up to hundreds of thousands, maybe above million. ਤਾਂ ਉਸ ਚੀਜ਼ ਨੂੰ ਹਮੇਸ਼ਾ ਸੋਚ ਸਮਝ ਕੇ ਤੁਸੀਂ ਅੱਗੇ ਸਟੈਪ ਲਓ ਕਿ ਤੁਸੀਂ ਉਹ ਆਫਰ ਨੂੰ ਫਰਮ ਕਰਨ ਤੋਂ ਪਹਿਲਾਂ ਕਿ ਤੁਸੀਂ ਕਿਵੇਂ ਉਹਨੂੰ ਰੀਡ ਕੀਤਾ, ਉਹਦੀਆਂ ਕੰਡੀਸ਼ਨਸ ਨੂੰ ਰਿਵਿਊ ਕੀਤਾ, ਕਿਸੇ ਲਾਇਰ ਨਾਲ ਗੱਲ ਕਰੋ, ਕਿਸੇ ਆਪਣੇ ਭੈਣ ਭਰਾ ਸਾਥੀ ਨਾਲ ਜਾਂ ਕਿਸੇ ਐਕਸਪਰਟ ਨਾਲ ਗੱਲ ਕਰੋ ਕਿ ਉਹ ਤੁਹਾਨੂੰ ਐਡਵਾਈਸ ਕਰਨ ਕਿ ਇੱਥੇ ਕਿਹੜੀਆਂ ਕੰਡੀਸ਼ਨਸ ਹੋਣੀਆਂ। ਇੱਥੇ ਮੈਂ ਜ਼ੋਰ ਪਾਉਂਦੀ ਹਾਂ ਕਿ ਜਦੋਂ ਇੱਕ ਰੀਅਲਟਰ
ਤੁਹਾਨੂੰ ਐਡਵਾਈਸ ਕਰਦਾ ਇਸ ਐਗਰੀਮੈਂਟ 'ਚ ਫਾਈਨਲ ਜਾਂ ਫਰਮ ਐਂਡ ਬਾਈਂਡਿੰਗ ਕਰਨ ਲਈ, ਉਸ ਤੋਂ ਪੁੱਛੋ ਕਿ ਆਹ ਕੰਡੀਸ਼ਨਸ ਨੂੰ ਅਸੀਂ ਵੇਵ ਆਫ ਕਰ ਰਹੇ ਹਾਂ ਤਾਂ ਕੀ ਉਹਨਾਂ ਦੇ ਕੌਨਸੀਕੁਐਂਸਿਸ ਆ। ਰੀਅਲਟਰ ਹਮੇਸ਼ਾ ਤੁਹਾਨੂੰ ਇਸ ਚੀਜ਼ ਬਾਰੇ ਗਾਈਡ ਜ਼ਰੂਰ ਕਰਦੇ ਆ ਕਿ ਸੱਚ ਐਗਜ਼ਾਮਪਲਸ ਆਫ ਸੱਚ ਕੰਡੀਸ਼ਨਸ ਆਰ ਲਾਈਕ ਕਿ ਪ੍ਰੀ ਅਪਰੂਵਲ ਤੁਹਾਡਾ ਹੈਗਾ ਕਿ ਨਹੀਂ ਜੀ, ਤੁਸੀਂ ਮੌਰਗੇਜ ਲਈ ਐਲੀਜੀਬਲ ਹੈਗੇ ਹੋ ਕਿ ਨਹੀਂ। ਉਹਦੇ ਵਾਸਤੇ ਉਹਨਾਂ ਨੇ 5 ਬਿਜ਼ਨਸ ਡੇਜ਼ ਜਾਂ 10 ਬਿਜ਼ਨਸ ਡੇਜ਼ ਐਡ ਕਰਨੇ ਆ ਜੀ। ਤਾਂ ਉਹ ਤੁਸੀਂ ਜਦੋਂ ਐਗਰੀਮੈਂਟ ਕਰਦੇ ਹੋ ਤੁਸੀਂ ਬੈਂਕ ਕੋਲ ਉਹ ਐਗਰੀਮੈਂਟ ਲੈ ਕੇ ਜਾਂਦੇ ਹੋ, ਉਹਨਾਂ ਨੂੰ ਪੁੱਛਦੇ ਹੋ ਕਿ ਇਹਦੇ 'ਤੇ ਅਸੀਂ ਮੌਰਗੇਜ ਕਰਾਉਣੀ ਆ, ਕਿ ਅਸੀਂ ਇਹ ਕ੍ਰਾਈਟੀਰੀਆ ਮੀਟ ਕਰਦੇ ਹਾਂ, ਆਹ ਕਾਰ ਸਾਡੇ ਲਈ ਠੀਕ ਆ। ਬੈਂਕਰ ਨੇ ਉਸ ਚੀਜ਼ ਦੀ ਅਪਰੇਜ਼ਲ ਕਰਕੇ ਤੁਹਾਨੂੰ ਅਮਾਊਂਟ ਦੱਸਣਾ ਕਿ ਇੰਨਾ ਅਮਾਊਂਟ ਇਹਦੇ ਵਾਸਤੇ ਅਸੀਂ ਅਲਾਉ ਕਰ ਸਕਦੇ ਹਾਂ ਫॉर द ਮੌਰਗੇਜ ਜੀ। ਦੈਨ ਇਨਸਪੈਕਸ਼ਨ ਕਲੌਜ਼ ਆਉਂਦਾ ਕਿ ਤੁਸੀਂ ਘਰ ਨੂੰ ਚੰਗੇ ਤਰੀਕੇ ਨਾਲ ਇੰਸਪੈਕਟ ਕਰਾਓ। ਬਹੁਤ ਲੋਕ ਇੰਸਪੈਕਸ਼ਨ ਤੋਂ ਭੱਜਦੇ ਆ ਕਿ ਐਕਸਟਰਾ ਕਾਸਟ ਲੱਗੇਗੀ, ਸਾਨੂੰ $300 $400 $500 ਐਕਸਟਰਾ ਦੇਣਾ ਪਏਗਾ। ਇਹ ਕਾਸਟ ਬਹੁਤ ਛੋਟੀ ਆ ਜਦੋਂ ਤੁਸੀਂ ਉਹਦੇ ਇਫੈਕਟ ਐਂਡ ਕੌਨਸੀਕੁਐਂਸ ਨੂੰ ਦੇਖਦੇ ਹੋ ਨਾ, ਤਾਂ ਉਹ ਤੁਸੀਂ ਬਹੁਤ ਵੱਡੇ ਲਾਸਿਸ ਨੂੰ ਬਚਾ ਲੈਂਦੇ ਹੋ ਕਈ ਵਾਰ। ਜੀ। ਤੁਹਾਨੂੰ ਨਹੀਂ ਪਤਾ ਕਿ ਰੂਫ ਦੀ ਕੀ ਕੰਡੀਸ਼ਨ ਆ, ਤੁਹਾਨੂੰ ਨਹੀਂ ਪਤਾ ਕਿ ਬੇਸਮੈਂਟ ਦੀ ਕੀ ਕੰਡੀਸ਼ਨ ਆ, ਅਨਲੈਸ ਯੂ ਆਰ ਐਨ ਐਕਸਪਰਟ ਇਨਟੂ ਕੰਸਟਰਕਸ਼ਨ। ਯੂ ਡੋਂਟ ਨੋ ਕਿੱਥੇ ਵਾਟਰ ਲੀਕੇਜ ਹੋ ਸਕਦੀ ਆ, ਕੋਈ ਕ੍ਰੈਕਸ ਹੈ, ਕੋਈ ਲੀਕੇਜਸ ਆ, ਐਨੀ ਡੈਮੇਜ ਟੂ ਦ ਪ੍ਰੋਪਰਟੀ, ਪ੍ਰੀਵੀਅਸ ਓਨਰ ਨੇ ਉਸਨੂੰ ਕਿਸ ਤਰੀਕੇ ਨਾਲ ਯੂਜ਼ ਕੀਤਾ, ਯੂ ਡੋਂਟ ਨੋ। ਇੱਕ ਹੋਮ ਇੰਸਪੈਕਟਰ ਤੁਹਾਨੂੰ ਇਸ ਚੀਜ਼ ਲਈ ਬੈਟਰ ਐਡਵਾਈਸ ਕਰਦਾ ਜੀ। ਐਂਡ ਰੈਦਰ ਦੈਨ ਸੇਵਿੰਗ ਦੈਟ ਕਾਸਟ ਆਈ ਵੁੱਡ ਸੇ ਸਪੈਂਡ ਸਮ ਮਨੀ ਐਂਡ ਤੁਸੀਂ ਆਪਣੀ ਇੱਕ ਵੱਡੀ ਕਾਸਟ ਨੂੰ ਬਚਾ ਸਕਦੇ ਹੋ ਜੀ। ਤਾਂ ਇੱਕ ਹੋਮ ਇੰਸਪੈਕਟਰ ਦਾ ਇੱਥੇ ਬਹੁਤ ਵੱਡਾ ਰੋਲ ਹੈ। ਉਹ ਹੋਮ ਇੰਸਪੈਕਟਰ ਨੇ ਜੋ ਡੈਫੀਸ਼ੀਐਂਸੀਜ਼ ਹੈ, ਜੋ ਉਹਦੇ 'ਚ ਕੋਈ ਪ੍ਰੋਪਰਟੀ 'ਚ ਕੋਈ ਨੁਕਸ ਨਿਕਲੇ ਆ, ਉਹ ਤੁਹਾਨੂੰ ਹਾਈਲਾਈਟ ਕਰਕੇ ਦੱਸਣੇ ਆ। ਉਹ ਤੁਸੀਂ ਆਪਣੇ ਲਾਇਰ ਨਾਲ ਗੱਲ ਕਰੋ ਜਦੋਂ ਤੁਸੀਂ ਕਲੋਜ਼ਿੰਗ ਦੇ ਪ੍ਰੋਸੈਸ 'ਚ ਜਾਣਾ। ਇੱਕ ਲਾਇਰ ਤੁਹਾਨੂੰ ਐਗਰੀਮੈਂਟ ਰਿਵਿਊ ਕਰਕੇ ਦਿੰਦਾ। ਕਿਸੇ ਬਿਲਡਰ ਨਾਲ ਐਗਰੀਮੈਂਟ ਕਰਨਾ ਜੀ, ਤਾਂ ਉਹ ਵੀ ਤੁਸੀਂ ਐਗਰੀਮੈਂਟ ਰਿਵਿਊ, ਉਹਦੇ 'ਚ ਇੱਕ ਸਪੈਸ਼ਲ ਕਲੌਜ਼ ਹੁੰਦਾ, ਕੂਲਿੰਗ ਆਫ ਪੀਰੀਅਡ ਕਹਿੰਦੇ ਆ ਜਿਹਨੂੰ। ਉਹ ਕਿਸੇ ਬਿਲਡਰ ਨਾਲ 7 ਡੇਜ਼ ਦਾ ਹੁੰਦਾ, ਕਿਸੇ ਨਾਲ 10 ਡੇਜ਼ ਦਾ ਹੁੰਦਾ, ਡਿਪੈਂਡਸ। ਆਪਾਂ ਜਿਹੜਾ ਹੈਗਾ ਲਾਇਰ ਦੇ ਰੋਲ ਵੱਲ ਆਉਂਦੇ ਜੀ। ਮੇਰੇ ਕੋਲ ਨਾ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀਗਾ, ਜਿਹੜਾ ਮੈਨੂੰ ਲੱਗਦਾ ਕਿ ਇਸੇ ਲੈਵਲ 'ਤੇ ਪੁੱਛਣਾ ਜ਼ਰੂਰੀ ਹੈ। ਹਾਂਜੀ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਹਸਬੈਂਡ ਵਾਈਫ ਦਾ ਜਿਹੜਾ ਪਰਚੇਜ਼ਿੰਗ ਹੈ, ਹਾਂਜੀ, ਉਹਦੇ ਨਾਲ ਅੱਜ ਕੱਲ੍ਹ ਇੱਕ ਹੋਰ ਚੀਜ਼ ਆਪਾਂ ਦੇਖਦੇ ਹਾਂ ਕਿ ਕਈ ਲੋਕ ਨਾ ਮਿਲ ਕੇ ਘਰ ਲੈਣਾ, ਵੀ 2 ਦੋਸਤ ਮਿਲ ਗਏ ਜਾਂ 4 ਦੋਸਤ ਮਿਲ ਗਏ, ਕਰੈਕਟ, ਰਲ ਕੇ ਘਰ ਲੈ ਲਿਆ। ਹਾਂਜੀ। ਉਹਦੇ 'ਤੇ ਇਹ ਚੀਜ਼ ਫਸਟ ਟਾਈਮ ਹੋਮ ਬਾਇਰ ਵਾਲਾ ਜਿਹੜਾ ਕਲੌਜ਼ ਹੈਗਾ ਉਹ ਕਿਵੇਂ ਕੰਮ ਕਰਦਾ ਹੈ? ਸਪੋਜ਼ ਕਰ ਲਓ 4 ਜਣੇ ਰਲ ਕੇ ਘਰ ਲੈ ਰਹੇ ਆ, ਜਿਹੜਾ ਕਿ ਹੋ ਰਿਹਾ ਕਿਉਂਕਿ ਅੱਜ ਕੱਲ੍ਹ ਇਕੱਲੇ ਬੰਦੇ ਦੀ ਪਹੁੰਚ 'ਚ ਨਹੀਂ ਆਉਂਦਾ ਬਹੁਤ ਵਾਰ। ਸਪੋਜ਼ ਕਰ ਲਓ ਚਾਰੇ ਦੇ ਚਾਰੇ ਫਸਟ ਟਾਈਮ ਹੋਮ ਬਾਇਰ ਆ ਉਹ, ਤਾਂ ਉਹਨਾਂ ਨੂੰ ਫਿਰ ਉਹ ਇਨਸੈਂਟਿਵਸ ਜਿਹੜੇ ਹੈਗੇ ਆ ਜਾਂ ਉਹ ਐਲੀਜੀਬਿਲਿਟੀ ਜਿਹੜੀ ਹੈਗੀ ਆ ਉਵੇਂ ਹੀ ਰਹਿੰਦੀ ਹੈ ਜਾਂ ਉਹਦੇ 'ਚ ਕੋਈ ਫਰਕ ਪੈਂਦਾ? ਇਹ ਬਹੁਤ ਵਧੀਆ ਸਵਾਲ, ਚੰਗਾ ਕਿ ਤੁਸੀਂ ਇਹ ਪੁੱਛਿਆ, ਕਿਉਂਕਿ ਮੇਰੇ ਕੋਲ ਇਹ ਬਹੁਤ ਫ੍ਰੀਕੁਐਂਟ ਕੁਐਸਚਨ ਰਹਿੰਦਾ ਜੀ। ਗਵਰਨਮੈਂਟ ਨੇ ਇੱਕ ਅਮਾਊਂਟ ਕੈਪ ਕੀਤਾ ਹੋਇਆ, ਜਿਹੜਾ ਫਸਟ ਟਾਈਮ ਹੋਮ ਬਾਇਰ ਰੀਬੇਟ ਕੀ ਹੈ। ਲੈਂਡ ਟਰਾਂਸਫਰ ਟੈਕਸ ਆਪਾਂ ਪੇ ਕਰਦੇ ਹਾਂ ਜਦੋਂ ਪ੍ਰੋਪਰਟੀ ਨੂੰ ਟਰਾਂਸਫਰ ਕਰਦੇ ਹਾਂ ਫਰੋਮ ਵਨ ਪਰਸਨ ਟੂ ਅਦਰ, ਤਾਂ ਉਹ ਜਿਹੜਾ ਟੈਕਸ ਪੇ ਕਰਨਾ ਉਹਦੇ 'ਚੋਂ ਤੁਹਾਨੂੰ $4,000 ਦਾ ਰੀਬੇਟ ਮਿਲਦਾ। ਓਕੇ, ਤੇ ਉਹ ਰੀਬੇਟ ਕੈਪਡ ਹੈ 4,000 ਔਨ ਵਨ ਪ੍ਰੋਪਰਟੀ, ਵਨ ਟ੍ਰਾਂਜੈਕਸ਼ਨ। ਠੀਕ ਹੈ। ਸੋ ਉਹਨੂੰ ਚਾਹੇ ਤੁਸੀਂ ਉਹਦੇ 'ਚ 4% ਐਡ ਕਰ ਲਓ, ਚਾਹੇ 2% ਐਡ ਕਰ ਲਓ, ਜੇ ਉਹ ਸਾਰੇ ਐਲੀਜੀਬਲ ਆ ਤਾਂ ਉਹਨਾਂ ਨੂੰ 4,000 ਤੱਕ ਦਾ ਹੀ ਰੀਬੇਟ ਮਿਲਣਾ, ਉਸ ਤੋਂ ਵੱਧ ਨਹੀਂ ਮਿਲੇਗਾ। ਠੀਕ ਹੈ। ਉਹ ਪਰ ਪਰਸਨ ਅਗਰ 1% ਉਹ ਐਗਰੀਮੈਂਟ ਨੂੰ ਕਰ ਰਿਹਾ ਤਾਂ ਵੀ 4,000 ਆ, ਜੇ 4 ਜਣੇ ਆ ਤਾਂ ਵੀ ਉਹ 4,000 ਆ। ਔਰ ਦੂਸਰੀ ਇਹ ਚੀਜ਼ ਹੈ, ਕਈ ਵਾਰ ਹੁੰਦਾ ਕਿ ਇੱਕ ਜਣਾ ਫਸਟ ਟਾਈਮ ਬਾਇਰ ਆ, ਦੂਸਰਾ ਨਹੀਂ ਹੈ। ਹਾਂ, ਇਹ ਮੇਰਾ ਸਵਾਲ ਸੀ ਅਗਲਾ ਜੀ। ਹਾਂਜੀ, ਤਾਂ ਉਹ ਫੋਰ ਐਗਜ਼ਾਮਪਲ 2 ਜਣੇ ਐਲੀਜੀਬਲ ਸੀ ਫਸਟ ਟਾਈਮ ਹੋਮ ਬਾਇਰ ਰੀਬੇਟ ਲਈ, ਤਾਂ ਬਾਕੀ ਦੋਵਾਂ ਦਾ ਸ਼ੇਅਰ 50% ਆ, ਜਿਹੜੇ ਪੁਰਾਣੇ ਬਾਇਰ ਆ ਜਾਂ ਜਿਨ੍ਹਾਂ ਨੇ ਪਹਿਲਾਂ ਘਰ ਖਰੀਦਿਆ ਹੋਇਆ, ਤਾਂ ਉਹ ਸ਼ੇਅਰ ਦੇ ਅਕੋਰਡਿੰਗ ਉਹਨਾਂ ਨੂੰ ਉਹਨਾਂ ਰੀਬੇਟ ਮਿਲੇਗਾ। ਫੋਰ ਐਗਜ਼ਾਮਪਲ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਸ 'ਚ 70% ਓਨਰ ਹੈ, ਬਾਕੀ ਰਿਮੇਨਿੰਗ ਜਿਹੜੇ ਓਨਰਸ ਹੈ ਉਹ 30% ਹੈ, ਤਾਂ ਉਹ 70% ਆਫ 4,000 ਵਿਲ ਬੀ given 2,800 ਹੋ ਗਿਆ। Correct ਜੀ, that will be given to them as a rebate. Okay, so that's a very that's the percentage of the ownership. ਤਾਂ ਉਹ ਪ੍ਰੋ ਰੇਟਾ ਬੇਸਿਸ ਦੇ ਉੱਤੇ, ਜੇ ਉਹ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਦੀ ਕਿਸ ਤਰੀਕੇ ਦੀ ਪਾਰਟਨਰਸ਼ਿਪ ਹੈ ਉਹਦੇ ਤੇ ਡਿਪੈਂਡ ਕਰੇਗਾ ਕਿ ਉਹ ਰਿਬੇਟ ਉਹਨਾਂ ਨੂੰ ਕਿੰਨੀ ਮਿਲਣੀ ਹੈ। ਸੋਨੀਆ ਜੀ, ਕੁਝ ਦੋਸਤਾਂ ਦਾ ਸਵਾਲ ਇਹ ਆਇਆ ਬੜਾ ਸਿੱਧਾ ਕਿ ਜਿਹੜੀ ਤੁਸੀਂ ਇੱਕ ਪਿੱਛੇ ਆਪਾਂ ਗੱਲ ਕਰ ਰਹੇ ਸੀਗੇ ਕਿ ਜੇ 5% ਦੇ ਨਾਲ ਆਪਾਂ ਡਾਊਨ ਪੇਮੈਂਟ ਜੇ ਆਪਾਂ ਲੈ ਕੇ ਚੱਲਦੇ ਹਾਂ ਤਾਂ ਉਹਦੇ ਨਾਲ ਇੱਕ ਇੰਸ਼ੋਰੈਂਸ ਕੋਈ ਕਰਨੀ ਪੈਂਦੀ ਹੈ ਨਾ, ਜਿਹੜੀ ਮੌਰਗੇਜ ਦੀ ਇੰਸ਼ੋਰੈਂਸ ਹੁੰਦੀ ਹੈ। ਉਹ ਕਹਿੰਦੇ ਵੀ ਜੇ ਟਰਮ ਇੰਸ਼ੋਰੈਂਸ ਆਲਰੇਡੀ ਬੰਦੇ ਕੋਲੇ ਹੋਵੇ ਫਿਰ ਉਹਦੀ ਲੋੜ ਹੈ? ਟਰਮ ਇੰਸ਼ੋਰੈਂਸ ਇਜ਼ ਟੋਟਲੀ ਸੈਪਰੇਟ ਕਨਸੈਪਟ ਦੈਨ ਮੌਰਗੇਜ ਇੰਸ਼ੋਰੈਂਸ ਜੀ। ਜੋ CMHC ਜਾਂ ਜਿਹੜੀਆਂ ਇੰਸ਼ੋਰੈਂਸ ਕਰਦੇ ਆ ਉਹ ਮੌਰਗੇਜ ਨੂੰ ਇੰਸ਼ੋਰ ਕਰਦੇ ਕਿ ਤੁਸੀਂ ਉਨੀ ਮੌਰਗੇਜ ਪੇ ਕਰ ਪਾਓਗੇ।
ਜੇ ਤੁਹਾਡੇ ਤੋਂ ਨਹੀਂ ਪੇ ਹੁੰਦੀ ਤਾਂ ਉਹ CMHC ਨੇ ਕਵਰ ਕਰਨੀ ਹੋ। ਜੀ, ਇਟ ਇਜ਼ ਨਾਟ ਰਿਲੇਟਡ ਟੂ ਟਰਮ ਇੰਸ਼ੋਰੈਂਸ ਦੇ ਨਾਲ ਇਹਨੂੰ ਕਨਫਿਊਜ਼ ਨਹੀਂ ਕਰਨਾ ਚਾਹੀਦਾ, ਹੈ ਨਾ। ਤੇ ਕਿਉਂਕਿ ਇਹਦੇ 'ਚ ਇੱਕ ਕੁਐਸਚਨ ਹੋਰ ਸੀਗਾ ਕਿ ਜੇ 7 ਲੱਖ ਦਾ ਟਰਮ ਵਨ ਮੋਰ ਥਿੰਗ, ਜੇ ਘਰ 7 ਲੱਖ ਦਾ ਟਰਮ ਇੰਸ਼ੋਰੈਂਸ 5 ਲੱਖ ਦੀ ਹੈ ਦੈਨ ਕੀ ਕ੍ਰਾਈਟੇਰੀਆ, ਮਤਲਬ ਉਹ ਇਹਦੇ ਤੇ ਫਿਰ ਲਾਗੂ ਹੀ ਨਹੀਂ ਹੁੰਦੀ ਹੈ ਨਾ ਇਹ ਚੀਜ਼। ਠੀਕ ਹੈ, ਆਪਾਂ ਗਵਰਨਮੈਂਟ ਸਪੋਰਟ ਦੀ ਗੱਲ ਕਰ ਰਹੇ ਸੀ ਨਾ। ਗਵਰਨਮੈਂਟ ਸਪੋਰਟ ਜਿਹੜੀ ਫਸਟ ਟਾਈਮ ਹੋਮ ਬਾਇਰ ਨੂੰ ਗਵਰਨਮੈਂਟ ਕਿੰਨੇ ਤਰੀਕੇ ਨਾਲ ਸਪੋਰਟ ਕਰਦੀ ਹੈ। ਹਾਂਜੀ, ਸੋ ਇਹਦੇ ਵਿੱਚ ਜਿਵੇਂ ਤੁਸੀਂ ਇੱਕ ਫਸਟ ਟਾਈਮ ਹੋਮ ਬਾਇਰ ਲਈ ਸਪੈਸ਼ਲ ਖਾਤੇ ਦੀ ਗੱਲ ਕੀਤੀ, ਹਾਂਜੀ, ਜਿਹਦੇ ਵਿੱਚ 8,000 ਸਾਲ ਦਾ ਤੇ 40,000 ਲਾਈਫ ਟਾਈਮ ਉਹਦੇ ਵਿੱਚ ਸੇਵ ਕਰ ਸਕਦੇ ਆ। ਹਾਂਜੀ। ਅੱਛਾ, ਇਹ ਹੁਣ ਜਿਵੇਂ ਆਪਾਂ ਗੱਲ ਕਰ ਰਹੇ ਸੀ ਹਸਬੈਂਡ ਵਾਈਫ 2 ਜਣੇ ਆ, ਕੀ ਉਹ 2 ਖਾਤੇ ਖੁਲਾ ਸਕਦੇ ਆ ਜਾਂ ਇਹਨਾਂ ਦਾ ਇੱਕ ਖਾਤਾ ਖੁੱਲੇਗਾ ਸਾਂਝਾ? ਪਰ ਪਰਸਨ ਦਾ ਪਰ ਪਰਸਨ ਜਿਹੜਾ ਹੈਗਾ 40,000 ਈਚ ਜਿਹੜਾ ਹੈਗਾ ਉਹ ਜਮ੍ਹਾਂ ਕਰ ਸਕਦੇ ਆ। ਓਕੇ, ਤੇ ਜਿਹੜੇ ਰਲ ਕੇ ਘਰ ਲੈਂਦੇ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈਗੀ ਆ ਉੱਥੇ ਕਿਵੇਂ ਕੰਮ ਕਰਦੀ ਆ ਫਿਰ? ਜਿਹੜੇ ਰਲ ਕੇ ਘਰ ਲੈਂਦੇ ਆ ਉਹਨਾਂ ਦੀ ਆਪਣੀ ਕੰਟਰੀਬਿਊਸ਼ਨ ਦੇ ਅਕੋਰਡਿੰਗ ਆ। ਓਕੇ, ਉਹੀ ਫਿਰ ਉਹ ਮਤਲਬ ਉਹਦਾ ਉਹ ਪ੍ਰਪੋਰਸ਼ਨ ਆ ਗਿਆ। ਹਾਂਜੀ, ਓਕੇ। ਤੇ ਹੋਰ ਇਹਦੇ ਵਿੱਚ ਹੁਣ ਜਿਹੜੀ ਆਪਾਂ ਗਵਰਨਮੈਂਟ ਸਪੋਰਟ ਦੀ ਗੱਲ ਕਰ ਰਹੇ ਸੀ ਇਹਨੂੰ ਆਪਾਂ ਅੱਗੇ ਵਧਾਈਏ। ਹਾਂਜੀ, ਗਵਰਨਮੈਂਟ ਸਪੋਰਟ ਇੱਕ ਤਾਂ ਇਹ ਇਨਸੈਂਟਿਵ ਦੱਸੇ ਤੁਹਾਨੂੰ, ਪਲੱਸ ਜੋ RRSP FHSA ਜਿਹਦੀ ਆਪਾਂ ਗੱਲ ਕੀਤੀ ਹੈ ਕਿ ਇੱਕ ਸੇਵਿੰਗ ਅਕਾਊਂਟ ਜਾਂ ਪਲਾਨ ਹੈ, ਤਾਂ ਉਹ ਗਵਰਨਮੈਂਟ ਨੇ ਇੱਕ ਤੁਹਾਨੂੰ ਟੈਕਸ ਸੇਵ ਕਰਨ ਲਈ ਕਹਿ ਲਓ ਇੱਕ ਹਿਸਾਬ ਨਾਲ ਇੱਕ ਪਲਾਨ ਦਿੱਤਾ ਹੈ। ਤਾਂ ਕਿਉਂਕਿ ਫਸਟ ਟਾਈਮ ਹੋਮ ਬਾਇਰ 'ਤੇ ਆਲਰੇਡੀ ਟੈਕਸ ਦਾ ਬਹੁਤ ਜ਼ਿਆਦਾ ਓਵਰਬਰਡਨ ਹੁੰਦਾ ਕਿ ਅਸੀਂ ਕਿੱਦਾਂ ਇੰਨੇ ਟੈਕਸਿਸ ਪੇ ਕਰਨੇ। ਉਸ ਤੋਂ ਇਲਾਵਾ ਲੈਂਡ ਟਰਾਂਸਫਰ ਟੈਕਸ ਹੈ ਜੋ ਜੀ, ਉਸ ਦੇ ਵਿੱਚ ਜਿਹੜਾ ਰੀਬੇਟ ਆ $4,000 ਦਾ। ਔਰ ਓਨਟਾਰੀਓ ਦੇ ਵਿੱਚ 2 ਤਰ੍ਹਾਂ ਦੇ ਲੈਂਡ ਟਰਾਂਸਫਰ ਟੈਕਸ ਹੈ। ਇੱਕ ਤਾਂ ਟੋਰਾਂਟੋ ਦੇ ਵਿੱਚ ਹੈ, ਟੋਰਾਂਟੋ ਦੇ ਏਰੀਆ ਦੇ ਵਿੱਚ ਜੇ ਤੁਸੀਂ ਘਰ ਪਰਚੇਸ ਕਰਦੇ ਹੋ ਤਾਂ ਉੱਥੇ ਮਿਊਨਿਸਪਲ ਟੈਕਸ ਲੱਗਦਾ ਜੀ, ਮਿਊਨਿਸਪਲ ਲੈਂਡ ਟਰਾਂਸਫਰ ਟੈਕਸ। ਓਕੇ, ਜੇ ਆਪਾਂ ਓਨਟਾਰੀਓ ਦੇ ਵਿੱਚ ਆਊਟ ਆਫ GTA ਜਾਂ ਆਊਟ ਆਫ ਟੋਰਾਂਟੋ ਪਰਚੇਸ ਕਰੀਏ ਤਾਂ ਇਟ ਇਜ਼ ਪ੍ਰੋਵਿੰਸ਼ੀਅਲ ਲੈਂਡ ਟਰਾਂਸਫਰ ਟੈਕਸ। ਟੋਰਾਂਟੋ ਦੇ ਵਿੱਚ ਪ੍ਰੋਵਿੰਸ਼ੀਅਲ ਵੀ ਲੱਗਣਾ ਤੇ ਮਿਊਨਿਸਪਲ ਵੀ ਲੱਗਣਾ, 2 ਟੈਕਸ ਪੇ ਕਰਦੇ ਹੋ ਤਾਂ ਉਸੇ ਤਰੀਕੇ ਨਾਲ ਤੁਹਾਨੂੰ 2 ਰੀਬੇਟ ਵੀ ਮਿਲਦੇ ਆ। ਸੋ ਇੱਕ ਤੁਹਾਨੂੰ ਪ੍ਰੋਵਿੰਸ਼ੀਅਲ ਰੀਬੇਟ ਮਿਲਦਾ, ਪ੍ਰੋਵਿੰਸ਼ੀਅਲ ਲੈਂਡ ਟਰਾਂਸਫਰ ਟੈਕਸ ਰੀਬੇਟ, ਦੈਟ ਇਜ਼ $4,000 ਅਗੇਨ, ਐਂਡ ਮਿਊਨਿਸਪਲ ਲੈਂਡ ਟਰਾਂਸਫਰ ਟੈਕਸ ਰੀਬੇਟ ਇਜ਼ $4,475। ਓਕੇ, ਸੋ ਤੁਹਾਨੂੰ ਜੇ ਤੁਸੀਂ 2 ਟੈਕਸ ਪੇ ਕਰਦੇ ਹੋ ਤੁਹਾਨੂੰ 2 ਰੀਬੇਟ ਵੀ ਮਿਲਦੇ ਆ ਜੀ। ਸੋ ਗਵਰਨਮੈਂਟ ਟਰਾਈਜ਼ ਟੂ ਹੈਲਪ ਕਿ ਟੈਕਸ ਬਰਡਨ ਜਿੰਨਾ ਘੱਟ ਹੋ ਸਕਦਾ ਉਹਨਾਂ ਨੂੰ ਬੈਨੀਫਿਟ ਦੇਣ ਨਾਲ। RRSP ਬਾਰੇ ਥੋੜ੍ਹਾ ਜਿਹਾ ਜੇ ਡਿਟੇਲ 'ਚ ਦੱਸ ਸਕੋ। ਪੁੱਛ ਰਹੇ ਆ ਕਿ RRSP ਦਾ ਫਸਟ ਟਾਈਮ ਹੋਮ ਬਾਇਰ ਲਈ ਕੀ ਰੋਲ ਹੈ? RRSP ਇਜ਼ ਐਨ ਅਮਾਊਂਟ ਜਿਹੜਾ ਤੁਸੀਂ ਇੱਕ ਕੰਟਰੀਬਿਊਟ ਕਰਦੇ ਹੋ ਇੱਕ ਅਕਾਊਂਟ ਦੇ ਵਿੱਚ, ਕਿ ਤੁਸੀਂ ਉਹਦੇ 'ਤੇ ਜਿਹੜੇ ਆਪਣੀ ਇਨਕਮ ਟੈਕਸ ਦੇ ਵਿੱਚ ਕ੍ਰੈਡਿਟ ਲੈਂਦੇ ਹੋ, ਪਲੱਸ ਜਦੋਂ ਤੁਸੀਂ ਉਹ ਅਮਾਊਂਟ ਵਿਦਡਰਾ ਕਰਦੇ ਹੋ ਟੂਵਰਡਸ ਦ ਪਰਚੇਸ ਜੀ, ਤਾਂ ਉਹ ਯੂ ਕੁਆਲੀਫਾਈ ਫॉर ਅਪ ਟੂ 35,000 ਟੂ ਵਿਦਡਰਾ। ਐਂਡ ਜੇ 2 ਜਾਣੇ ਹੈ, ਸਪਾਊਸਿਸ ਦਾ ਕਾਮਨ ਲਾਅ, ਜਿੱਦਾਂ ਤੁਹਾਡਾ ਸਵਾਲ ਸੀ ਕਿ ਹਸਬੈਂਡ ਐਂਡ ਵਾਈਫ ਦਾ, ਤਾਂ ਉਹ RRSP ਟੋਟਲ ਆਫ 70,000 ਉਹਨਾਂ ਨੂੰ ਵਿਦਡਰਾ ਕਰ ਸਕਦੇ ਹੋ ਉਹਦੇ 'ਚ। ਠੀਕ, ਸੋ 5031 ਤੁਹਾਡੇ ਕੁਐਸਚਨ ਦਾ ਆਈ ਥਿੰਕ ਆਨਸਰ ਤੁਹਾਨੂੰ ਜੀ ਇਹਦੇ ਵਿੱਚ ਮਿਲ ਗਿਆ ਹੋਏਗਾ। ਰੁਪਿੰਦਰ ਧਾਲੀਵਾਲ ਹੋਣਾ ਨੇ ਤੁਹਾਡਾ ਬਹੁਤ ਧੰਨਵਾਦ ਕੀਤਾ ਜੀ, ਕਹਿੰਦੇ ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਤੁਸੀਂ ਇਹਦੇ ਵਿੱਚ ਪ੍ਰੋਵਾਈਡ ਕਰ ਰਹੇ ਹੋ। ਤੇ ਰੈਫਿਊਜੀਜ਼ ਦੇ ਬਾਰੇ 'ਚ ਇੱਕ ਪੁੱਛਿਆ ਜੀ, ਇਫ ਅ ਰੈਫਿਊਜੀ ਵਾਂਟਸ ਟੂ ਬਾਏ ਅ ਹੋਮ ਇਨ ਕੈਨੇਡਾ will he have to pay the 25% tax over purchase price? ਉਹਦੇ 'ਚ ਵੀ ਅਗੇਨ ਇਹ ਇੱਕ ਸਪੈਸੀਫਿਕ ਕੁਐਸਚਨ ਆ, ਬਟ ਅਗੇਨ ਉਹਦੇ 'ਤੇ ਆਪਾਂ ਇੱਕ ਅਲੱਗ ਤੋਂ ਡਿਸਕਸ਼ਨ ਕਰ ਲਾਂਗੇ NRST ਟੈਕਸ ਦੀ। ਬਟ ਰੈਫਿਊਜੀਜ਼ ਨੂੰ NRST ਨਹੀਂ ਪੈਂਦਾ ਜੇ ਉਹ ਅੰਡਰ ਸੈਕਸ਼ਨ 95 ਉਹਨਾਂ ਨੂੰ ਅਪਰੂਵਲ ਮਿਲਿਆ ਹੋਵੇ ਫਰੋਮ ਦ ਕੋਰਟ, ਜਜਮੈਂਟ ਉਹਨਾਂ ਨੂੰ ਆਈ ਹੋਈ ਹੈ ਕਿ ਦੇ ਆਰ ਐਕਸੈਪਟਡ ਐਜ਼ ਰੈਫਿਊਜੀ। ਤਾਂ ਉਹ ਇੱਕ ਵੱਖਰਾ ਟੋਪਿਕ ਹੈ, ਬਟ ਆਈ ਕੈਨ ਡੀਟੇਲ ਅਬਾਊਟ ਇਟ ਇਨ ਦੈਟ ਜੀ। ਸੋ ਕਿਉਂਕਿ ਇਹ ਇੱਕ ਆਪਣੇ ਆਪ ਦੇ ਵਿੱਚ ਵੱਖਰਾ ਵਿਸ਼ਾ ਬਣਦਾ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟਸ ਹੈਗੇ ਆ ਉਹਨਾਂ ਦੀਆਂ ਜਿਹੜੀਆਂ ਫਸਟ ਟਾਈਮ ਹੋਮ ਬਾਇਰ ਨੂੰ ਲੈ ਕੇ ਜਾਂ ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਨੂੰ ਖਰੀਦਣ ਨੂੰ ਲੈ ਕੇ ਜੋ ਕੰਡੀਸ਼ਨਸ ਬਣਦੀਆਂ। ਸੋਨੀਆ ਜੀ, ਇੱਕ ਬੜਾ ਇੰਟਰਸਟਿੰਗ ਸਵਾਲ ਅਵਤਾਰ ਸਿੰਘ ਹੋਣਾ ਦਾ ਮੇਰੇ ਕੋਲ ਆਇਆ। ਉਹ ਕਹਿੰਦੇ ਕਿ ਜਿਹੜਾ ਸੈਕਿੰਡ ਹੈਂਡ ਹੋਮ ਹੁੰਦਾ, ਜਿਹੜਾ ਕਿਸੇ ਨੇ ਆਲਰੇਡੀ ਮਤਲਬ ਕੋਈ ਵੇਚ ਰਿਹਾ ਹੋਵੇ, ਰੀਸੇਲ 'ਤੇ ਹੋਵੇ, ਅਤੇ ਫਸਟ ਟਾਈਮ ਹੋਮ ਬਾਇਰ ਆ ਜਿਹੜਾ, ਉਹਦੇ ਵਾਸਤੇ ਜਿਹੜਾ ਟੈਕਸ ਰਿਬੇਟ ਆ ਉਹ ਕੁਛ ਉਹਦੇ 'ਚ ਡਿਫਰੈਂਸ ਹੁੰਦਾ ਜਾਂ ਉਹ ਸੇਮ ਹੁੰਦਾ ਉਹਦੇ ਵਾਸਤੇ? ਜਿਹੜਾ ਆਪਾਂ ਰੀਸੇਲ ਹੋਮ, ਰੈਜ਼ੀਡੈਂਸ਼ੀਅਲ ਰੀਸੇਲ ਹੋਮ ਕਹਿੰਦੇ ਆ ਜੀ, ਉਹਦੇ 'ਚ ਲੈਂਡ ਟਰਾਂਸਫਰ ਟੈਕਸ ਇਜ਼ ਡਿਫਰੈਂਟ ਕੌਨਸੈਪਟ, ਲਾਈਕ ਜਿਹਦੇ 'ਚ ਆਪਾਂ ਨੂੰ 4,000 ਰੀਬੇਟ ਮਿਲਦਾ ਜੀ। ਜਿਹੜਾ ਨਿਊ ਬਿਲਡ ਹੋਮ ਤੁਸੀਂ ਬਿਲਡਰ ਤੋਂ ਖਰੀਦਦੇ ਹੋ ਤੇ ਉਹਦੇ ਵਿੱਚ ਫਸਟ ਟਾਈਮ ਹੋਮ ਬਾਇਰ ਰੀਬੇਟ ਜਿਹੜਾ ਲੈਂਡ ਟਰਾਂਸਫਰ ਟੈਕਸ 'ਤੇ ਆ ਉਹ ਤਾਂ ਡੈਫੀਨੇਟਲੀ ਮਿਲਣਾ ਹੀ ਆ 4,000 ਦਾ ਜੀ। ਉਹਦੇ ਨਾਲ ਅਲੱਗ ਤੋਂ ਇੱਕ ਚੀਜ਼ ਹੁੰਦੀ ਆ HST ਰੀਬੇਟ, ਕਿਉਂਕਿ ਜਦੋਂ ਆਪਾਂ ਨਵਾਂ ਘਰ ਬਿਲਡਰ ਤੋਂ ਪਰਚੇਸ ਕਰਦੇ ਹਾਂ ਤਾਂ ਉਹ 'ਤੇ HST ਲੱਗਦਾ ਜੀ। ਬਹੁਤ ਲੋਕਾਂ ਨੂੰ ਉਸ ਚੀਜ਼ ਬਾਰੇ ਵੀ ਕਨਫਿਊਜ਼ਨ ਹੁੰਦੀ ਹੈ ਕਿ ਬਿਲਡਰ ਉਹ HST ਕਿੱਦਾਂ ਤੁਹਾਨੂੰ ਰੀਬੇਟ ਅਪਲਾਈ ਕਰਦੇ ਹੋ ਅਤੇ ਕਿਵੇਂ ਪੇ ਕਰਨਾ ਹੁੰਦਾ।
ਫੋਰ ਐਗਜ਼ਾਮਪਲ ਜਸਟ ਇੱਕ ਰਫ ਨੰਬਰ ਲੈ ਰਹੀ ਹਾਂ ਕਿ $100 ਦਾ ਤੁਸੀਂ ਘਰ ਖਰੀਦਿਆ ਤਾਂ ਬਿਲਡਰ ਕੀ ਕਰਦਾ, ਉਸ ਦਾ ਇੱਕ ਫਾਰਮੂਲਾ ਹੁੰਦਾ HST ਕੈਲਕੂਲੇਟ ਕਰਨ ਦਾ, ਤਾਂ ਉਹਨੇ ਉਹ ਅਮਾਊਂਟ ਨੂੰ ਤੁਸੀਂ ਪੇ 100 ਹੀ ਕਰਨਾ ਜੀ, $88 ਤੇ ਕਰਕੇ $12 HST ਬਣਾਤਾ, ਜਸਟ ਐਨ ਐਗਜ਼ਾਮਪਲ। ਤੇ ਜਿਹੜਾ ਰੀਬੇਟ ਹੈ ਤੁਹਾਡਾ 24,000 ਦਾ ਜਿਹੜਾ HST ਰੀਬੇਟ ਆ, ਇਟ ਇਜ਼ ਨਥਿੰਗ ਰਿਲੇਟਡ ਟੂ ਫਸਟ ਟਾਈਮ ਹੋਮ ਬਾਇਰ, ਇਟ ਇਜ਼ ਰਿਲੇਟਡ ਟੂ ਪ੍ਰਾਇਮਰੀ ਆਕੂਪੈਂਸੀ। ਕੋਈ ਵੀ ਪਰਸਨ ਅਗਰ ਉਸਨੂੰ ਈਵਨ ਸੈਕਿੰਡ ਟਾਈਮ ਹੋਮ ਬਾਇਰ ਹੈ, ਥਰਡ ਟਾਈਮ ਹੋਮ ਬਾਇਰ ਹੈ, ਪਰ ਉਹਨੂੰ ਪ੍ਰਾਇਮਰਲੀ ਆਕੂਪਾਈ ਕਰਨਾ ਚਾਹੁੰਦਾ ਉਹਨੂੰ, ਤਾਂ ਉਹ HST ਰੀਬੇਟ ਲਈ ਐਲੀਜੀਬਲ ਹੈ। ਤੇ ਉਹ 24,000 ਉਹਨਾਂ ਨੂੰ ਫॉर ਹਾਊਸਿਸ ਅਬਵ 450,000 ਉਹਦੇ 'ਤੇ ਮਿਲਦਾ, ਅਤੇ ਉਸ ਤੋਂ ਘੱਟ ਅਮਾਊਂਟ 'ਤੇ ਉਹ ਰੀਬੇਟ ਦਾ ਇਟ ਫਲਕਚੁਏਟਸ ਦ ਅਮਾਊਂਟ। ਐਂਡ ਉਹ ਉਹਨਾਂ ਨੂੰ 100 ਦੇ ਵਿੱਚ ਫੋਰ ਐਗਜ਼ਾਮਪਲ ਜੇ ਆਪਾਂ ਕਹੀਏ ਕਿ ਉਹ $5 ਰੀਬੇਟ ਆ, ਤਾਂ ਉਹਨਾਂ ਨੇ ਉਹ ਐਡੀਸ਼ਨਲੀ ਪੇ ਨਹੀਂ ਕਰਨਾ, ਪ੍ਰਾਈਸ ਉਹਨਾਂ ਨੂੰ 100 ਹੀ ਪੇ ਕਰਨਾ ਪੈਣਾ। ਜੇ ਉਹ ਐਲੀਜੀਬਲ ਨਹੀਂ ਆ ਉਸ HST ਰੀਬੇਟ ਲਈ, ਤਾਂ ਉਹ $105 ਹੋ ਜਾਂਦਾ, ਮਤਲਬ ਉਹਦੇ 'ਤੇ ਐਡ ਹੋ ਜਾਂਦਾ ਉਹ 24,000 ਔਨ ਦਾ ਪਰਚੇਜ਼ ਪ੍ਰਾਈਸ। ਰਾਈਟ। ਅੱਛਾ, ਇੱਕ ਸਵਾਲ ਜਿਹੜਾ ਹੈਗਾ, ਕਿਉਂਕਿ ਸਮਾਂ ਜਿਹੜਾ ਹੈਗਾ ਉਹ ਆਪਾਂ ਨੂੰ ਹੁਣ ਘੜੀ ਮੈਨੂੰ ਅੱਗੇ ਦਿਖਣ ਲੱਗ ਪਿਆ ਕਿ ਸਮਾਂ ਆਪਣੇ ਕੋਲ ਥੋੜ੍ਹਾ ਰਹਿੰਦਾ ਜਾਂਦਾ, ਪਰ ਸਵਾਲ ਜਿਹੜੇ ਹੈਗੇ ਕੁਝ ਬਹੁਤ ਇੰਪੋਰਟੈਂਟ ਪੁੱਛਣੇ ਬਾਕੀ ਹੈ। ਜਦੋਂ ਸਰਕਾਰ ਤੁਹਾਡੀ ਸਹਾਇਤਾ ਕਰਦੀ ਹੈ, ਤੁਹਾਨੂੰ ਸਪੋਰਟ ਕਰਦੀ ਹੈ, ਤਾਂ ਉਹ ਕੁਝ ਕੰਡੀਸ਼ਨਾਂ ਵੀ ਲਾਉਂਦੀ ਹੈ। ਹੁਣ ਕੋਈ ਫਸਟ ਟਾਈਮ ਹੋਮ ਬਾਇਰ ਆ, ਉਹਨੂੰ ਸਰਕਾਰ ਨੇ ਪੂਰਾ ਚਲੋ ਸਪੋਰਟ ਕਰਕੇ ਉਹਨੂੰ ਘਰ ਵਾਲਾ ਕਰਤਾ, ਉਹਨੇ ਘਰ ਖਰੀਦ ਲਿਆ, ਬਣਾ ਲਿਆ, ਹੁਣ ਉਹਦੇ 'ਤੇ ਸ਼ਰਤਾਂ ਕੀ ਲਾਗੂ ਹੁੰਦੀਆਂ ਜੀ? ਇਹਦੇ ਬਾਰੇ 'ਚ ਵੀ ਆਪਾਂ ਗੱਲ ਕਰ ਲਈਏ। ਕੁਝ ਤਾਂ ਆਪਾਂ ਡਿਸਕਸ ਕੀਤੀਆਂ, ਜਿੱਦਾਂ ਕਿ ਉਹਨਾਂ ਨੂੰ ਆਕੂਪਾਈ ਕਰਨਾ ਉਹ ਘਰ, ਕਿ ਉਹ 9 ਮਹੀਨੇ ਦੇ ਵਿੱਚ ਪ੍ਰਾਇਮਰੀ ਰੈਜ਼ੀਡੈਂਸ ਬਣਾਉਣਾ ਪਏਗਾ ਉਹਨਾਂ ਦੀ। ਉਹ ਪ੍ਰਾਇਮਰੀ ਰੈਜ਼ੀਡੈਂਸ ਕਿੱਦਾਂ ਚੈੱਕ ਕਰਦੀ ਹੈ ਕਿ ਤੁਹਾਡੇ ਐਡਰੈਸ ਕਿੱਥੇ ਹੈ, ਇੰਸ਼ੋਰੈਂਸਿਸ ਕਿੱਥੇ ਆ, ਤੁਹਾਡੇ ਯੂਟਿਲਿਟੀ ਬਿਲਸ 'ਤੇ ਕਿੰਨਾ ਨਾਮ ਆ ਰਿਹਾ, ਕੋਈ ਰੈਂਟਲ ਇਨਕਮ ਆ ਰਹੀ ਹੈ, ਦੇ ਐਨਾਲਾਈਜ਼ ਆਲ ਦੈਟ। ਉਸ ਤੋਂ ਇਲਾਵਾ ਤੁਸੀਂ ਉਸ ਘਰ ਨੂੰ 1 ਸਾਲ ਤੋਂ ਪਹਿਲਾਂ ਵੇਚਣਾ ਨਹੀਂ ਹੈ। ਜੇ 1 ਸਾਲ ਤੋਂ ਪਹਿਲਾਂ ਵੇਚਦੇ ਹੋ ਤਾਂ ਉਹਨੂੰ ਤੁਸੀਂ ਕੈਪੀਟਲ ਗੇਨ ਦੀ ਤਰ੍ਹਾਂ ਨਾਲ ਤੁਸੀਂ ਉਹਦੇ 'ਤੇ ਟੈਕਸ ਪ੍ਰੋਫਿਟ ਜਿਹੜਾ ਹੈਗਾ, ਕੈਪੀਟਲ ਗੇਨ ਟੈਕਸ ਅਪਲਾਈ ਹੁੰਦਾ, ਉਹਦੇ 'ਤੇ ਟੈਕਸ ਇੰਪਲੀਕੇਸ਼ਨਸ ਆਉਂਦੀਆਂ। ਇਟਸ ਲਾਈਕ ਗਵਰਨਮੈਂਟ ਚਾਹੁੰਦੀ ਹੈ ਕਿ ਉਹ ਐਂਟੀ ਫਲਿਪਿੰਗ ਰੂਲ ਟਾਈਪ ਉਹਨਾਂ ਨੇ ਬਣਾਇਆ ਕਿ ਕੋਈ ਪਰਸਨ ਅਗਰ ਉਹਨਾਂ ਨੂੰ ਬੈਨੀਫਿਟ ਦੇ ਰਹੇ ਹਾਂ ਤਾਂ ਉਸਨੂੰ ਉਹ ਯੂਟੀਲਾਈਜ਼ ਕਰਨ, ਨਾ ਕਿ ਉਸਨੂੰ ਇਨਵੈਸਟਮੈਂਟ ਦੇ ਤਰੀਕੇ ਨਾਲ ਗਵਰਨਮੈਂਟ ਨੂੰ ਚੀਟ ਕਰਕੇ ਤੇ ਉਹ ਟੈਕਸ ਬਚਾਉਣ ਦੀ ਹੀ ਕਰਨ, ਤੇ not using it for the actual purpose. So they want that property should be used for principal residence. ਸੋ ਮਤਲਬ ਇਹ ਨਹੀਂ ਹੈ ਕਿ ਆਪਾਂ ਫਸਟ ਟਾਈਮ ਹੋਮ ਬਾਇਰ ਦੇ ਤੌਰ 'ਤੇ ਆਪਾਂ ਜਿਹੜੇ ਹੈਗੇ ਆ ਸਰਕਾਰ ਤੋਂ ਸਹੂਲਤਾਂ ਲੈ ਲਈਆਂ, ਅਤੇ ਉਸ ਤੋਂ ਬਾਅਦ ਜਿਹੜਾ ਹੈ ਉਹ ਆਪਾਂ ਉਹਨੂੰ ਫਲਿੱਪ ਕਰ ਗਏ, ਕਿਸੇ ਹੋਰ ਨੂੰ ਵੇਚ ਗਏ। ਸੋ ਉਹ ਜਿਹੜਾ ਹੈਗਾ ਫਿਰ ਤੁਸੀਂ ਉਹਨੂੰ ਵਾਇਲੇਟ ਕਰੋਗੇ। 1 year ਦਾ ਕੈਪ ਲਗਾਇਆ ਉਹਦੇ 'ਤੇ ਉਹਨਾਂ ਨੇ, 1 year ਦਾ। ਹਾਂਜੀ, ਓਕੇ। ਅੱਛਾ, ਇੱਕ ਪਿੱਛੇ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਸੀਗਾ ਕਿ ਜਦੋਂ ਵੀ ਤੁਸੀਂ ਆਪਣੀ ਡੀਲ ਫਾਈਨਲ ਕਰਨੀ ਆ, ਉਸ ਤੋਂ ਪਹਿਲਾਂ ਤੁਹਾਨੂੰ ਰਿਵਿਊ ਕਰਾ ਲੈਣਾ ਚਾਹੀਦਾ ਲਾਇਰ ਤੋਂ। ਹਾਂਜੀ। ਸੋ ਲਾਇਰ ਦੇ ਰੋਲ ਬਾਰੇ ਤੁਸੀਂ ਇੱਕ ਵਾਰ ਥੋੜ੍ਹਾ ਜਿਹਾ ਸਾਨੂੰ ਡਿਟੇਲਸ ਦੱਸੋ ਵੀ ਇੰਨਾ ਕਿਉਂ ਜ਼ਰੂਰੀ ਹੈ, ਲਾਇਰ ਦਾ ਰੋਲ ਹੈ ਕੀ ਹੈ ਬੇਸਿਕਲੀ? ਕਿਉਂਕਿ ਨਾਰਮਲੀ ਮੈਂ ਤਾਂ ਇਹ ਸਮਝਦਾ ਸੀਗਾ ਵੀ ਆਪਾਂ ਚਲੋ ਕਿਸੇ ਏਜੰਟ ਕੋਲੇ ਗਏ, ਮੌਰਟਗੇਜ ਵਾਲਿਆਂ ਕੋਲੇ ਗਏ, ਇਹ 2 ਹੀ ਪਾਰਟੀਆਂ ਇਹਦੇ ਵਿੱਚ ਇਨਵੋਲਵਡ ਹੈ, ਕਿਉਂਕਿ ਇੱਕ ਈਕੋਸਿਸਟਮ ਹੈ ਇਹ। ਇਹਦੇ ਵਿੱਚ ਤੁਸੀਂ ਇੰਸਪੈਕਸ਼ਨ ਦੀ ਗੱਲ ਵੀ ਕੀਤੀ, ਵਿੱਚ ਲਾਇਰ ਦੀ ਗੱਲ ਵੀ ਕੀਤੀ। ਇਹਦੀ ਇੰਪੋਰਟੈਂਸ 'ਤੇ ਇੱਕ ਵਾਰੀ ਥੋੜ੍ਹਾ ਜਿਹਾ ਜੇ ਸਟਰੈਸ ਕਰ ਸਕੋ। ਜਦੋਂ ਤੁਸੀਂ ਐਗਰੀਮੈਂਟ ਨੂੰ ਫਰਮ ਕਰਨਾ ਨਾ, ਉਸ ਤੋਂ ਪਹਿਲਾਂ ਆਈ ਵੁੱਡ ਸੇ ਕਿ ਹਮੇਸ਼ਾ ਇੱਕ ਲਾਇਰ ਨਾਲ ਗੱਲ ਤਾਂ ਕਰੋ ਕਿ ਉਹਦੇ 'ਚ ਕੀ ਕੰਡੀਸ਼ਨਸ ਹੈ, ਤੁਸੀਂ ਜਿਹੜਾ ਐਗਰੀਮੈਂਟ ਕਰਨ ਜਾ ਰਹੇ ਹੋ ਉਹਦੇ ਇਫੈਕਟ ਅਤੇ ਕੌਨਸੀਕੁਐਂਸਿਸ ਨੂੰ ਜਾਣੋ। ਜੇ ਤੁਸੀਂ ਇੱਕ ਵਾਰੀ ਸਾਈਨ ਕਰਤਾ, ਉਹ ਐਗਰੀਮੈਂਟ ਇਜ਼ ਸਾਈਨਡ ਅੰਡਰ ਦਾ ਸੀਲ, ਯੂ ਕੈਨ ਨਾਟ ਬੈਕ ਆਊਟ। ਸਮਟਾਈਮਸ ਵਾਟ ਪੀਪਲ ਡੂ ਕਿ ਉਹਨਾਂ ਨੇ ਐਗਰੀਮੈਂਟ ਕਰ ਲਿਆ, ਸਾਈਨ ਕਰਤਾ, ਡਿਪੋਜ਼ਿਟ ਜਿਹੜਾ ਉਹ ਅਗਲੇ ਦਿਨ ਦੇਣਾ ਹੁੰਦਾ, ਅਤੇ ਉਹ ਕਹਿਣਗੇ ਕਿ ਅਸੀਂ ਅਗਲੇ ਦਿਨ ਦੇਣਾ, ਅਤੇ ਅਗਲੇ ਦਿਨ ਉਹਨਾਂ ਦਾ ਮਾਈਂਡ ਚੇਂਜ ਹੋ ਗਿਆ। ਐਗਰੀਮੈਂਟ ਸਾਈਨ ਕਰਤਾ 1 ਦਿਨ ਪਹਿਲਾਂ, ਰੀਅਲਟਰ ਨਾਲ ਜਾ ਕੇ ਉਹਨਾਂ ਨੇ ਕਿਹਾ ਕਿ ਸਾਨੂੰ ਘਰ ਪਸੰਦ ਹੈ, ਇੱਥੇ ਫਰਮ ਆਫਰ ਪਾ ਦਿਓ, ਅਸੀਂ ਹੁਣੇ ਹੀ ਲੈਣਾ ਘਰ, ਰਾਈਟ? ਉਹ ਐਗਰੀਮੈਂਟ ਫਾਈਨਲ ਕਰ ਲਿਆ ਉਹਨਾਂ ਨੇ, ਬਟ ਉਹ ਨੈਕਸਟ ਡੇ ਦੇ ਆਰ ਲਾਈਕ ਵੀ ਡੂ ਨਾਟ ਹੈਵ ਪਰਚੇਸਿੰਗ ਪਾਵਰ। ਨਾਓ ਦੈਟ ਦ ਐਗਰੀਮੈਂਟ ਇਜ਼ ਆਲਰੇਡੀ ਸਾਈਨਡ, ਯੂ ਕੈਨ ਨਾਟ ਬੈਕ ਆਊਟ। ਉਹਦੇ ਵਾਸਤੇ ਤੁਸੀਂ ਆਪਣੇ ਆਪ ਨੂੰ ਇਨਵਾਈਟ ਕਰ ਰਹੇ ਹੋ ਕਿ ਕੋਰਟ 'ਚ ਜਾ ਕੇ ਤੁਸੀਂ ਉਹਦਾ ਇੱਕ ਲਿਟੀਗੇਸ਼ਨ ਪ੍ਰੋਸੈਸ ਫੋਲੋ ਕਰੋ। ਵਾਈ? ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਉਸਨੂੰ ਮਿਊਚੁਅਲ ਰਿਲੀਜ਼ 'ਤੇ ਰਿਲੀਜ਼ ਕਰਦੇ ਆ ਉਸ ਪਰਸਨ ਨੂੰ, ਬਿਕੋਜ਼ ਐਗਰੀਮੈਂਟ ਇਜ਼ ਅੰਡਰ ਦਾ ਸੀਲ, ਯੂ ਕੈਨ ਨਾਟ ਬੈਕ ਆਊਟ। ਐਂਡ ਡੋਂਟ ਡੂ ਦੈਟ ਮਿਸਟੇਕ। ਆਈ ਟੈਲ ਮਾਈ ਆਲ ਲਿਸਨਰਸ ਜਾਂ ਮੇਰੇ ਕਲਾਇੰਟਸ ਆਉਂਦੇ ਆ, ਮੈਂ ਸਾਰਿਆਂ ਨੂੰ ਇਹੀ ਸਮਝਾਉਂਦੀ ਹਾਂ ਕਿ ਡੋਂਟ ਡੂ ਦੈਟ। ਮੇਕ ਸ਼ੋਰ ਯੂ ਨੋ ਦ ਕੌਨਸੀਕੁਐਂਸਿਸ। ਲਾਇਰ ਤੁਹਾਨੂੰ ਇਸ ਚੀਜ਼ ਲਈ ਐਜੂਕੇਟ ਕਰਦਾ ਕਿ ਤੁਸੀਂ ਉਹ ਕੰਡੀਸ਼ਨਸ ਨੂੰ ਫੁਲਫਿਲ ਕਰ ਪਾਓਗੇ। ਜੇ ਤੁਸੀਂ ਬਿਲਡਰ ਨਾਲ ਐਗਰੀਮੈਂਟ ਕਰਦੇ ਹੋ, ਉਹਦੇ ਕੀ ਕਾਸਟ ਕੌਨਸੀਕੁਐਂਸਿਸ ਆ। ਬਹੁਤ ਵਾਰੀ ਅਸੀਂ ਘਰ ਪਰਚੇਜ਼ ਕਰ ਲੈਂਦੇ ਹਾਂ ਕਿ ਨਿਊ ਹੋਮ ਹੈ, ਇਹਦੇ 'ਤੇ ਕਿਹੜੀ ਐਕਸਟਰਾ ਕਾਸਟ ਹੋਣੀ ਹੈ, ਜੋ HST ਹੋਏਗਾ, ਦੈਟਸ ਇਟ, ਐਂਡ ਵੀ ਆਰ ਕਲੋਜ਼ਿੰਗ ਵਿਦ ਦ ਲੀਗਲ ਕਾਸਟ, ਲੈਂਡ ਟਰਾਂਸਫਰ ਟੈਕਸ ਤੋਂ ਬਾਅਦ। ਦੇ ਡੋਂਟ ਨੋ ਕਿ ਉਹਦੇ 'ਤੇ ਡਿਵੈਲਪਮੈਂਟਲ ਚਾਰਜਿਸ ਹੈ,
ਟਰੀ ਪਲਾਂਟਿੰਗ ਚਾਰजेस ਹੈ, ਕੋਈ ਲੈਵੀਜ਼ ਐਕਸਟਰਾ ਲੱਗਣੇ ਆ, ਉਹ ਚੀਜ਼ਾਂ ਬਾਰੇ ਉਹਨਾਂ ਨੂੰ ਐਜੂਕੇਟ ਨਹੀਂ ਕੀਤਾ ਜਾਂਦਾ। ਜੇ ਇੱਕ ਲਾਇਰ ਕੋਲੇ ਜਾਣਗੇ ਉਹਨਾਂ ਨੂੰ ਐਟਲੀਸਟ ਇਹ ਪਤਾ ਹੁੰਦਾ ਕਿ ਅਸੀਂ ਅਗਰ ਆਹ ਐਗਰੀਮੈਂਟ ਕਰ ਰਹੇ ਹਾਂ, ਫੋਰ ਐਗਜ਼ਾਮਪਲ ਅਗਰ ਪਰਚੇਸ ਪ੍ਰਾਈਸ ਪ੍ਰੋਪਰਟੀ ਦਾ 500,000 ਆ ਅਤੇ ਉਹਦੇ 'ਤੇ ਡਿਵੈਲਪਮੈਂਟਲ ਕਾਸਟ 20,000 ਐਡੀਸ਼ਨਲ ਹੋਣੀ ਹੈ ਜਾਂ 25,000 ਹੋਣੀ ਹੈ। ਲਾਇਰ ਕੈਨ ਐਜੂਕੇਟ ਯੂ ਕਿ ਉਹਨੂੰ ਕੈਪ ਕਰ ਲਓ, ਉਹਦਾ ਅਮਾਊਂਟ ਫਿਕਸ ਕਰ ਲਓ, ਉਸ ਐਗਰੀਮੈਂਟ ਨੂੰ ਤੁਸੀਂ ਅੱਗੇ ਅਸਾਈਨ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ ਹੋ। ਐਡਵਰਟਾਈਜ਼ ਕੀਤਾ ਜਾਂਦਾ ਹੈ ਕਿ ਜੀ ਅਸਾਈਨਮੈਂਟ ਕਲੌਜ਼ ਨਾਲ ਤੁਹਾਨੂੰ ਐਗਰੀਮੈਂਟ ਮਿਲ ਰਿਹਾ, ਜਾਂ ਫਿਰ ਉਹਦੇ 'ਚ ਅਸਾਈਨਮੈਂਟ ਕਲੌਜ਼ ਨਹੀਂ ਹੈ, ਇਟਸ ਅ ਫਰਮ ਐਗਰੀਮੈਂਟ ਐਂਡ ਯੂ ਕੈਨ ਨਾਟ ਟਰਾਂਸਫਰ ਇਟ। ਉਹ ਚੀਜ਼ਾਂ ਇੱਕ ਲਾਇਰ ਤੁਹਾਨੂੰ ਐਜੂਕੇਟ ਕਰਦਾ ਬੈਟਰ। ਉਸ ਤੋਂ ਇਲਾਵਾ ਜੇ ਤੁਸੀਂ ਘਰ ਖਰੀਦ ਰਹੇ ਹੋ ਅੰਡਰ ਕੰਡੋਮੀਨੀਅਮ ਕਾਰਪੋਰੇਸ਼ਨ, ਉਹ ਘਰ ਹੈਗਾ ਰਜਿਸਟਰਡ, ਫੋਰ ਐਗਜ਼ਾਮਪਲ ਟਾਊਨ ਹੋਮਸ ਹੁੰਦੇ ਆ, ਕਾਮਨ ਐਲੀਮੈਂਟਸ ਹੁੰਦੇ ਆ ਉਹਦੇ 'ਚ, ਜਾਂ ਕੰਡੋਮੀਨੀਅਮ ਖਰੀਦ ਰਹੇ ਹੋ ਤਾਂ ਉਹ ਇੱਕ ਜੋ ਕਾਮਨ ਏਰੀਆ ਉਸਨੂੰ ਇੱਕ ਕੰਡੋਮੀਨੀਅਮ ਮੈਨੇਜਮੈਂਟ ਮੇਨਟੇਨ ਕਰਦੀ ਹੈ, ਉਹਦੀ ਐਡੀਸ਼ਨਲ ਕਾਸਟ ਹੁੰਦੀ ਆ। ਅਤੇ ਉਸ ਮੈਨੇਜਮੈਂਟ ਦੀ ਕੀ ਸਿਚੁਏਸ਼ਨ ਹੈ, ਉਹਨਾਂ ਦੇ ਕੀ ਉਹਨਾਂ ਦਾ ਬਜਟ ਫਿਕਸ ਹੋਇਆ, ਕਿੰਨਾ ਤੁਹਾਡਾ ਮੰਥਲੀ ਐਕਸਪੈਂਸ ਜਾਣਾ, ਕੀ ਉਹ ਐਕਸਪੈਂਸ ਵੱਧ ਸਕਦਾ ਹੈ ਕਿ ਘੱਟ ਸਕਦਾ ਹੈ, ਉਹਨੂੰ ਕਹਿੰਦੇ ਆਪਾਂ ਇੱਕ ਸਟੇਟਸ ਸਰਟੀਫਿਕੇਟ ਰਿਵਿਊ। ਉਹ ਸਰਟੀਫਿਕੇਟ ਰਿਵਿਊ ਹਮੇਸ਼ਾ ਇੱਕ ਲਾਇਰ ਨਾਲ ਡਿਸਕਸ ਕਰੋ ਬਿਫੋਰ ਅਗੇਨ ਗੈਟਿੰਗ ਇਨਟੂ ਅ ਬਾਈਂਡਿੰਗ ਐਗਰੀਮੈਂਟ। ਉਹ ਇੱਕ ਲਾਇਰ ਤੁਹਾਨੂੰ ਦੱਸਦਾ ਹੈ ਕਿ ਵੀ ਉਹਨਾਂ ਦਾ ਇੰਨਾ ਬਜਟ ਅਸਾਈਨਡ ਹੈ, ਇਹ ਇੱਕ ਲਿਟੀਗੇਸ਼ਨ ਪ੍ਰੋਸੈਸ ਚੱਲ ਰਿਹਾ ਉਹਨਾਂ 'ਤੇ ਕਿ ਨਹੀਂ ਚੱਲ ਰਿਹਾ, ਕੋਈ ਉਹਨਾਂ ਦੀ ਕੋਈ ਬਜਟ ਡੈਫੀਸ਼ੀਐਂਸੀ ਚੱਲ ਰਹੀ ਆ, ਮੈਨੇਜਮੈਂਟ ਉਸਨੂੰ ਪ੍ਰੋਪਰਲੀ ਮੇਨਟੇਨ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ, ਤਾਂ ਉਹ ਰਿਜ਼ਰਵ ਫੰਡਸ ਕਿੰਨੇ ਆ ਉਹਦੇ 'ਤੇ, ਉਹਨਾਂ ਨੇ ਨੈਕਸਟ ਕਮਿੰਗ ਈਅਰਸ ਦੇ ਵਿੱਚ ਕੋਈ ਐਡੀਸ਼ਨਲ ਲੈਵੀ ਲਾਉਣਾ, ਕੋਈ ਚਾਰਜ ਲਾਉਣਾ, ਅਤੇ ਤੁਹਾਡਾ ਮੰਥਲੀ ਐਕਸਪੈਂਸ ਕਿਸੇ ਦਾ ਫੋਰ ਐਗਜ਼ਾਮਪਲ $50 ਵੀ ਮੰਥਲੀ ਐਕਸਪੈਂਸ ਵੱਧਦਾ, ਉਹਨਾਂ ਨੂੰ ਬਜਟ ਪੂਰਾ ਸੈੱਟ ਦੁਬਾਰਾ ਕਰਨਾ ਪੈਂਦਾ। ਤਾਂ ਉਹ ਲਾਇਰ ਦੇ ਥਰੂ ਤੁਸੀਂ ਉਸ ਕੌਨਸੀਕੁਐਂਸ ਤੋਂ ਬਚਦੇ ਹੋ। ਉਸ ਤੋਂ ਇਲਾਵਾ ਜਿਹੜਾ ਪਿਛਲਾ ਓਨਰ ਹੈ ਉਸਨੇ ਆਪਣੇ ਮੰਥਲੀ ਐਕਸਪੈਂਸਿਸ ਟਾਈਮ 'ਤੇ ਪੇ ਕੀਤੇ ਹੈ ਜਾਂ ਨਹੀਂ ਕੀਤੇ, ਉਹ ਡਿਫੋਲਟ 'ਚ ਤਾਂ ਨਹੀਂ ਚੱਲ ਰਿਹਾ, ਉਹਦੇ 'ਤੇ ਕੋਈ ਐਡੀਸ਼ਨਲ ਪੈਨਲਟੀਜ਼ ਤਾਂ ਨਹੀਂ ਹੈ ਚੱਲ ਰਹੀਆਂ। ਯੂ ਨੀਡ ਟੂ ਨੋ ਆਲ ਦੈਟ। ਇੱਕ ਲਾਇਰ ਦੇ ਕੋਲ ਤੁਸੀਂ ਜਦੋਂ ਜਾਂਦੇ ਆ ਤਾਂ ਉਹ ਸਟੇਟਸ ਰਿਵਿਊ ਹੁੰਦਾ ਹੈ, ਐਗਰੀਮੈਂਟ ਰਿਵਿਊ ਹੁੰਦਾ ਹੈ, ਉਹ ਤੁਹਾਨੂੰ ਐਡੀਸ਼ਨਲ ਕਾਸਟ ਦੇ ਬਾਰੇ ਪਤਾ ਚੱਲਦਾ, ਤਾਂ ਉਹ ਤੁਸੀਂ ਬਿਫੋਰ ਗੈਟਿੰਗ ਇਨਟੂ ਦੈਟ ਐਗਰੀਮੈਂਟ ਤੁਸੀਂ ਆਪਣੇ ਆਪ ਨੂੰ ਪ੍ਰੀਪੇਅਰ ਕਰਦੇ ਹੋ ਕਿ ਅਸੀਂ ਇੰਨਾ ਅਮਾਊਂਟ ਸਪੇਅਰ ਕਰਨਾ। ਇਹ ਨਾ ਹੋਵੇ ਕਿ ਅਸੀਂ ਐਗਰੀਮੈਂਟ ਤਾਂ ਕਰ ਲਿਆ ਔਰ ਜਦੋਂ ਕਲੋਜ਼ਿੰਗ ਦਾ ਟਾਈਮ ਆਇਆ ਹੁਣ 20,000 ਕਿੱਥੋਂ ਲੈ ਕੇ ਆਈਏ ਜੀ, and then people fall into trap of private mortgages and all that. So that's a separate story of like I would say very unfortunate. Many people get into it. ਸੋ ਦੋਸਤੋ, ਜਿਹੜੀ ਆਪਾਂ ਗੱਲ ਸ਼ੁਰੂ 'ਚ ਕਰ ਰਹੇ ਸੀਗੇ ਕਿ ਇੱਕ ਸਹੀ ਸਲਾਹ ਜਿਹੜੀ ਹੈਗੀ ਆ ਉਹ ਸਾਨੂੰ ਬਹੁਤ ਸਾਰੀਆਂ ਟਰਬਲਸ ਤੋਂ ਬਚਾ ਸਕਦੀ ਹੈ, ਅਤੇ ਉਹ ਸਹੀ ਸਲਾਹ ਸਾਨੂੰ ਕੌਣ ਦੇਵੇਗਾ, ਉਹ ਇੱਕ ਲਾਇਰ ਜਿਹੜਾ ਹੈਗਾ ਉਹ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਾ ਸਕਦਾ। ਆਪਾਂ ਟਾਈਮ ਆਲਰੇਡੀ ਓਵਰਸ਼ੂਟ ਕਰ ਰਹੇ ਹਾਂ, ਲੇਕਿਨ ਇੱਕ ਸਵਾਲ ਪੁੱਛੇ ਬਿਨਾਂ ਮੈਂ ਨਹੀਂ ਰਹਿ ਸਕਦਾ, ਜਿਹੜਾ ਕਿ 9759 ਨੰਬਰ ਤੋਂ ਆਇਆ, ਬੜਾ ਮੈਨੂੰ ਵੈਲਿਡ ਸਵਾਲ ਲੱਗਦਾ ਜੀ ਇਹ। ਉਹ ਕਹਿੰਦੇ ਆ ਕਿ ਮੰਨ ਲਓ ਫਸਟ ਟਾਈਮ ਹੋਮ ਬਾਇਰ ਸੀਗਾ, ਲੇਕਿਨ ਉਹ ਆਪਣਾ ਉਹਨੇ ਕੋਈ ਬੈਨੀਫਿਟ ਨਹੀਂ ਲਿਆ, ਉਹਨੂੰ ਪਤਾ ਹੀ ਨਹੀਂ ਸੀ, ਨੌਲੇਜ ਨਹੀਂ ਸੀ, ਉਹ ਫਸਟ ਟਾਈਮ ਹੋਮ ਬਾਇਰ ਦੇ ਕੋਈ ਬੈਨੀਫਿਟ ਨਹੀਂ ਲੈ ਸਕਿਆ, ਤਾਂ ਕੀ ਉਹ ਉਹਦੇ ਜਿਹੜੇ ਹੈਗੇ ਉਹ ਲੂਜ਼ ਹੋ ਗਏ ਜਾਂ ਉਹਨੂੰ ਬਾਅਦ ਦੇ ਵਿੱਚ ਵੀ ਕਿਸੇ ਵੇਲੇ ਕਲੇਮ ਕੀਤਾ ਜਾ ਸਕਦਾ? ਉਹਦਾ ਇੱਕ ਲਿਮਿਟਡ ਟਾਈਮ ਹੈ। ਕਿੰਨਾ? 1 year ਤੱਕ। ਤੁਸੀਂ ਜੇ ਉਸ ਟਾਈਮ ਤੱਕ ਤੁਸੀਂ ਇਫ ਯੂ ਆਰ ਅਵੇਕ ਅਪ ਟੂ ਦੈਟ ਟਾਈਮ ਲਿਮਿਟੇਸ਼ਨ ਦੇ ਅੰਡਰ, ਅਤੇ ਤੁਸੀਂ ਉਹਨੂੰ ਅਪਲਾਈ ਕਰ ਸਕਦੇ ਹੋ ਰੀਬੇਟ ਨੂੰ। ਤੁਸੀਂ ਆਪਣੇ ਲਾਇਰ ਨੂੰ ਜਾ ਕੇ ਦੱਸ ਸਕਦੇ ਹੋ ਆਈ ਡਿਡ ਨਾਟ ਨੋ ਅਬਾਊਟ ਦਿਸ ਕੌਨਸੀਕੁਐਂਸ ਔਰ ਇਫੈਕਟ, ਤਾਂ ਉਹ ਲਾਇਰ ਤੁਹਾਡੇ ਲਈ ਅਪਲਾਈ ਕਰ ਸਕਦਾ, ਜਾਂ ਫਿਰ ਤੁਸੀਂ ਅਕਾਊਂਟੈਂਟ ਥਰੂ ਅਪਲਾਈ ਕਰ ਸਕਦੇ ਹੋ, ਆਪਣੇ ਆਪ ਵੀ ਕਰ ਸਕਦੇ ਹੋ। ਉਹ ਇੱਕ ਲੈਂਡ ਰਜਿਸਟਰੀ ਨੂੰ ਕੰਟੈਕਟ ਕਰਨਾ ਪਏਗਾ ਕਿ ਅਸੀਂ ਆਹ ਰੀਬੇਟ ਇੰਨੇ ਟਾਈਮ ਤੱਕ ਕਲੇਮ ਕਰਨਾ। ਜੇ ਉਹ ਟਾਈਮ ਕ੍ਰਾਸ ਹੋ ਗਿਆ, ਉਸ ਤੋਂ ਬਾਅਦ ਤੁਸੀਂ ਸੈਕਿੰਡ ਘਰ ਖਰੀਦਦੇ ਹੋ ਅਤੇ ਤੁਸੀਂ ਕਹਿੰਦੇ ਹੋ ਮੈਂ ਫਸਟ ਟਾਈਮ 'ਤੇ ਉਹ ਕਲੇਮ ਨਹੀਂ ਕੀਤਾ ਸੀ, ਸੈਕਿੰਡ ਟਾਈਮ 'ਤੇ ਹੈਲਪ ਮੀ, ਨੋ ਵਨ ਕੈਨ। ਜੇ ਫਸਟ ਦੇ ਵਿੱਚ ਵੀ ਆਪਾਂ ਨੂੰ ਸਾਲ ਤੋਂ ਉੱਪਰ ਹੋ ਗਿਆ ਰਹਿੰਦਿਆਂ ਨੂੰ, ਫਿਰ ਮਿਲ ਸਕਦਾ ਕਿ ਨਹੀਂ? ਨਹੀਂ ਜੀ, ਨਹੀਂ। ਸੋ 9759 ਜੀ ਤੁਹਾਡਾ, ਮੇਰੇ ਖਿਆਲ 'ਚ ਪਾਰਸ ਸ਼ਾਇਦ ਇਹਨਾਂ ਦਾ ਨਾਮ, ਹਾਂਜੀ ਪਾਰਸ ਜੀ। ਸੋ ਪਾਰਸ ਜੀ, ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਜੇ ਤੁਹਾਨੂੰ 1 ਸਾਲ ਤੋਂ ਉੱਪਰ ਹੋ ਗਿਆ ਸਮਾਂ, ਤਾਂ ਫਿਰ ਜਿਹੜਾ ਹੈਗਾ ਇਹ ਬੈਨੀਫਿਟਸ ਤੁਹਾਡੇ ਲੂਜ਼ ਹੋ ਚੁੱਕੇ ਆ। ਜੇ ਇਸ ਤੋਂ ਘੱਟ ਹੈ ਤਾਂ ਤੁਸੀਂ ਜ਼ਰੂਰ ਆਪਣੇ ਕਿਸੇ ਲਾਇਰ ਨੂੰ ਜਿਹੜਾ ਹੈਗਾ ਉਹ ਮਿਲ ਸਕਦੇ ਹੋ। ਸੋਨੀਆ ਜੀ, ਤੁਹਾਡੇ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ ਤਾਂ ਆਪਣਾ ਤੁਸੀਂ ਸੰਪਰਕ ਕਿੱਦਾਂ ਕੀਤਾ ਜਾ ਸਕਦਾ, ਇਹਦੇ ਬਾਰੇ ਜਾਣਕਾਰੀ ਸਾਂਝੀ ਕਰ ਦਿਓ। ਮੇਰਾ ਆਫਿਸ ਦਾ ਨੰਬਰ ਹੈ ਜੀ 9056713456। ਮੈਨੂੰ 9 to 5 ਜਦੋਂ ਮਰਜ਼ੀ ਕਾਲ ਕਰੋ ਇਨ ਵੀਕਡੇਜ਼। My office, Chief Legal Professional Corporation. You can call me again. The number is 9056713456, 905-671-3456। ਦੋਸਤੋ, ਚੀਫ ਲੀਗਲ ਪ੍ਰੋਫੈਸ਼ਨਲ ਕਾਰਪੋਰੇਸ਼ਨ, ਬ੍ਰੈਮਲੀ ਰੋਡ, ਮਿਸੀਸਾਗਾ, ਸੋਨੀਆ ਜੀ ਦਾ ਆਫਿਸ ਹੈ। 905-671-3456, 905-671-3456। ਇਸ ਨੰਬਰ 'ਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਜੇ ਨਹੀਂ ਨੋਟ ਕਰ ਸਕੇ ਤਾਂ ਗੱਡੀ ਚਲਾਉਂਦੇ ਹੋਏ ਬਿਲਕੁਲ ਵੀ ਤੁਸੀਂ ਨੋਟ ਨਹੀਂ ਕਰਨਾ। ਸਾਡੇ ਰਿਸੈਪਸ਼ਨ ਤੋਂ ਤੁਹਾਨੂੰ ਨੰਬਰ ਮਿਲ ਜਾਏਗਾ, ਮੇਰੇ ਕੋਲੋਂ ਤੁਹਾਨੂੰ ਇਹਨਾਂ ਦਾ ਨੰਬਰ ਮਿਲ ਸਕਦਾ। ਸੋਨੀਆ ਜੀ, ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਅਤੇ ਇੰਨੀ ਵਧੀਆ ਜਾਣਕਾਰੀ, ਬਹੁਤ ਸਾਰੇ ਦੋਸਤਾਂ ਨੇ ਤੁਹਾਡਾ ਜਿਹੜਾ ਹੈਗਾ ਇਸ ਲਈ ਸ਼ੁਕਰੀਆ ਅਦਾ ਕੀਤਾ, ਅਤੇ ਮੈਂ ਨਿੱਜੀ ਤੌਰ 'ਤੇ ਵੀ ਤੁਹਾਨੂੰ ਥੈਂਕਸ ਕਹਿੰਦਾ ਜੀ। ਥੈਂਕ ਯੂ ਜੀ।